वाहिगुरु जी का खालसा वाहिगुरु जी की फतेह। सतगुरां दी निगी गोद विच जुड़ बैठी गुरु सवाई सत संगत जीओ, बड़भागे हो आप। अत दी सर्दी दे विच भी दूरों नेड़ेों चल करके गुरु प्रेम दीयां घड़ियां विच जुड़ बैठे हो। आओ इस वक्त का पूर्ण लाभ प्राप्त करिए। सतगुरां दे पावन गुर इतिहास विचों आप जी ने सरवण कीता सी। निरंकार सतगुरु गुरु नानक साहब सच्चे पातशाह भाई बाला जी को मना करके साधुआं दे सन्मुख जो उन्हां दे बड़े महंत बैठे ने, नेड़े आके नमस्कार कीती है। उन्हां नेत्र खोल के वेखे है। बेशक साधुआं ने इन्हां बच्चियां दे हत्थां दे विच माया वेखी है, पर ध्यान उस माया ते ना गया। गुरु नानक साहब पातशाह सवाल करते ने, ऋषिकेश कृपा करके दसो तुसी कदों तो भुखे प्यासे बैठे हो? अत दी ठंड दे विच तन ते कपड़े क्यों नहीं पाए? फुल्लां वर्गे सोहने शरीर नूं इन्ने तपश तसीहे ते दुख क्यों दे रहे हो कि भुख ते शरीर दा दुख तुहानूं अंदरों झिझोड़दा नहीं? जदों सतगुरां ने इह सवाल उस सिद्ध पुरुष दे सन्मुख कीते ने, उह साधु ने बड़े प्यार विच आके आख्या, बेटा असीं साई लोग हां, साडा जीवन पंछियां वर्गा है। दुख ते भुख ते असीं जित पाई हुई है, सच दे छत्र थले बैठे हां। जीवन विच साडे संतोख है, इस करके असीं अपनी जिंदगी दे राजे हां। सानू दुनिया दी कोई भुख, संसार दा कोई दुख डुला नहीं सकदा। काम क्रोध लोभ मोह हंकार जो लोकां दे वास्ते विकार ने, साडी जिंदगी दे लई वो अंग रखियत ने। असीं साध लिया उन्हां। इस गुफ्तगू नूं आप जी ने कल बड़े विस्तार सहित सरवण कीता है। आओ जी कुछ समा सुरत करके चलिए उस आश्रम दे विच जिथे मेरे आप परमेश्वर सतगुरु बैठे आ। पाओ प्रेम दी सांझ गज वज के आखो जी सतनाम श्री वाहिगुरु साहिब जी। सतनाम श्री वाहिगुरु साहिब जी। सत के छतर शीस पर झूलन, जास बिलोक दवत प्रतिकूलं। भाई बाला जी ये सारी वार्ता अपनी रसना तो सुना रहे ने। जिस वेले गुरु नानक साहब महाराज ने उस पुरुष नूं महंत नूं पुछया, खुले आसमान दी छत थले बैठे हो, सर्दियां गर्मियां बारिशां बसंत पत झड़ते बहारां, महापुरखो छे दियां छे रुतां सिर तो लंघ जांदियां ने। इन्ने दुख शरीर नूं दे के की प्राप्त होएगा? साधु जवाब दे रहे आ,
ਕਹਿੰਦੇ ਸਤ ਭਾਵ ਸੱਚ ਦਾ ਸਾਡੇ ਸਿਰ ਤੇ ਛਤਰ ਹੈ। ਆਸਾਂ ਜ਼ਿੰਦਗੀ ਦੀਆਂ ਛੱਡ ਕੇ ਲਾ ਕੇ ਇੱਕ ਆਸ ਰੱਖੀ ਹੈ ਜੀਵਨ ਵਿੱਚ ਮੁਕਤ ਹੋਣ ਦੀ। ਦੁੱਖ ਤੇ ਭੁੱਖ ਸਾਨੂੰ ਸਤਾਉਂਦਾ ਨਹੀਂ, ਕਿਉਂਕਿ ਸਾਡੀ ਜ਼ਿੰਦਗੀ ਸਾਧੂਆਂ ਦੀ ਪੰਛੀਆਂ ਵਰਗੀ ਹੈ। ਜਿਵੇਂ ਪੰਛੀ ਵੀ ਆਪਣੀ ਚੁੰਝ ਵਿੱਚ ਕਦੇ ਚੋਗਾ ਲੈ ਕੇ ਨਹੀਂ ਸੌਂਦੇ, ਕਦੇ ਪਦਾਰਥ ਨਹੀਂ ਇਕੱਠੇ ਕਰਦੇ, ਉਹ ਰੁੱਖਾਂ ਤੇ ਬੈਠੇ ਵੀ ਹੋਣ, ਸੁੱਤਿਆਂ ਨੂੰ ਵੀ ਰੱਬ ਕਦੇ ਡਿੱਗਣ ਨਹੀਂ ਦਿੰਦਾ। ਫਕੀਰ ਆਖਣ ਲੱਗੇ ਜੇ ਉਹ ਪੰਛੀਆਂ ਨੂੰ ਭੁੱਖਿਆਂ ਪਿਆਸਿਆਂ ਨੂੰ ਕਦੇ ਡਿੱਗਣ ਨਹੀਂ ਦਿੰਦਾ ਤੇ ਚਾਹ ਕੇ ਵੀ ਕਦੇ ਉਹਨਾਂ ਨੂੰ ਭੁੱਖੇ ਰਹਿਣ ਨਹੀਂ ਦਿੰਦਾ, ਬਾਲਕੋ ਅਸੀਂ ਤੇ ਫੇਰ ਉਹਦੀ ਯਾਦ ਵਿੱਚ ਬੈਠੇ ਆ, ਸਾਨੂੰ ਮਰਨ ਕਿਵੇਂ ਦਏਗਾ, ਖੁਸਾ ਦਾ ਨਾਮ ਡੋਲਣ ਕਿਵੇਂ ਦਏਗਾ। ਗੁਰੂ ਨਾਨਕ ਸਾਹਿਬ ਮਹਾਰਾਜ ਮਹਾਂਪੁਰਖਾਂ ਦੇ ਬਚਨਾਂ ਤੋਂ ਬੜੇ ਪ੍ਰਭਾਵਿਤ ਹੋਏ ਨੇ। ਅਬ ਚਲ ਜਬ ਕੋ ਅਸ ਸੁਖ ਪਾਇੰ, ਅਨੰਤ ਨ ਤਬ ਕੋ ਮਨ ਬਿਰਮਾਇੰ। ਉਹ ਸਤਿਪੁਰਸ਼ ਦਾ ਅਗਲਾ ਬਚਨ ਸੀ। ਗੁਰੂ ਸਾਹਿਬ ਨੇ ਜਿੰਨੇ ਸਵਾਲ ਕੀਤੇ ਉਹ ਜਵਾਬ ਦੇ ਰਹੇ ਨੇ। ਮਰਦ ਕਹਿੰਦੇ ਸੀ ਤੁਸੀਂ ਨੰਗੇ ਬੈਠੇ ਹੋ, ਤਨ ਤੇ ਕੱਪੜੇ ਨਹੀਂ ਪਾਏ, ਪੱਤੇ ਬੰਨ੍ਹੇ ਹੋਏ। ਆਖਣ ਲੱਗੇ ਬੱਚਿਓ ਜਦੋਂ ਦੇ ਅਸੀਂ ਇਸ ਲਿਬਾਸ ਵਿੱਚ ਆਏ ਆ, ਲੋਕਾਂ ਦੀ ਪਰਵਾਹ ਛੱਡੀ ਹੈ। ਜਿੰਨੇ ਅਸੀਂ ਸੁਖੀ ਆ ਦੁਨੀਆ ਤੇ ਉਹਨਾਂ ਸੁਖੀ ਕੋਈ ਨਹੀਂ। ਜ਼ਿੰਦਗੀ ਦੇ ਹਰ ਖਿਆਲਾਤ ਹਰ ਬੰਦੇ ਲਈ ਸੁਖਦਾਈ ਨੇ। ਕਿਸੇ ਨੂੰ ਗ੍ਰਸਤ ਧਰਮ ਵਿੱਚ ਰਹਿਣਾ ਮੌਜਾਂ ਲੱਗਦੀਆਂ ਨੇ, ਕਿਸੇ ਨੂੰ ਫਕੀਰ ਬਣ ਕੇ ਮੌਜਾਂ ਲੱਗਦੀਆਂ ਨੇ। ਆਪਣੀ ਆਪਣੀ ਸੋਚ ਦੇ ਮੁਤਾਬਕ ਬੰਦਾ ਸੁੱਖ ਤੇ ਸਵਰਗ ਲੱਭ ਲੈਂਦਾ। ਜਿਹੋ ਜਿਹੀ ਬਿਰਤੀ ਉਹਨੂੰ ਉਹੋ ਜਿਹਾ ਸੰਗ ਚੰਗਾ ਲੱਗਦਾ। ਫਕੀਰ ਕਹਿੰਦੇ ਸਾਨੂੰ ਜੱਗ ਦੀ ਪਰਵਾਹ ਨਹੀਂ ਕੋਈ। ਇੱਕ ਨਿਰੰਕਾਰ ਪਰਮਾਤਮਾ ਨੂੰ ਚੇਤੇ ਕਰਦੇ ਆ, ਉਹਨੂੰ ਮਿਲਣ ਦੀ ਆਸ ਦੇ ਵਿੱਚ ਆਪਣਾ ਤਨ ਤਪਾਉਂਦੇ ਆ। ਸੰਤ ਉਕਤ ਕੀ ਸੁਣ ਕਰ ਜੁਗਤੰ, ਹਰ ਖਤ ਸ਼੍ਰੀ ਨਾਨਕ ਬਚਨੁਕਤੰ। ਜਿਸ ਵੇਲੇ ਸਾਧੂਆਂ ਦੇ ਮਹੰਤ ਦੀ, ਮਹਾਂਪੁਰਖ ਮੁਖੀਏ ਦੀ ਵਾਰਤਾ ਗੁਰੂ ਸਾਹਿਬ ਨੇ ਸੁਣੀ ਨਾ, ਨਾਨਕ ਨਿਰੰਕਾਰੀ ਸਤਿਗੁਰੂ ਉਹਨਾਂ ਦੇ ਮੁਖ ਵੱਲ ਵੇਖ ਵੇਖ ਮੁਸਕਰਾਉਂਦੇ ਆ, ਹੱਸ ਰਹੇ ਆ, ਅੰਦਰੋਂ ਅੰਦਰ ਬੜੇ ਖੁਸ਼ ਨੇ। ਹੁਣ 6 ਪ੍ਰਕਾਰ ਦਾ ਹੱਸਣਾ ਹੈ। ਇਹ ਹਾਸਾ ਕਿਹੜਾ ਸੀ? ਮੁਸਕਰਾਹਟ। ਮੁਸਕਰਾਹਟ ਦੱਸਦੀ ਹੈ ਤੇਰੇ ਅੰਦਰ ਕੁਝ ਚੱਲ ਰਿਹਾ ਹੈ, ਤੇ ਮੁਸਕਰਾਹਟ ਇਹ ਵੀ ਦੱਸਦੀ ਆ ਵੀ ਕਿਹੋ ਜਿਹਾ ਚੱਲ ਰਿਹਾ ਹੈ, ਖੁਸ਼ੀ ਵਾਲਾ, ਮਜ਼ਾਕ ਵਾਲਾ ਜਾਂ ਦੁੱਖਾਂ ਵਾਲਾ ਮਾਹੌਲ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਦੀ ਮੁਸਕਰਾਹਟ ਵੇਖ ਸਾਧੂ ਮੁਸਕਰਾਏ। ਜੋ ਮਹੰਤ ਨੇ, ਤਿਆਗ ਵਾਲੇ ਆ, ਲਾਲਚ ਕੋਈ ਨਹੀਂ, ਤਮਾ ਕੋਈ ਨਹੀਂ, ਕਿਸੇ ਤੋਂ ਪਦਾਰਥ ਕਦੇ ਨਹੀਂ ਮੰਗਿਆ, ਨਾ ਕਿਸੇ ਤੋਂ ਮੰਗਣ ਗਏ ਨੇ, ਰੱਬ ਤੇ ਭਰੋਸਾ ਕਰਕੇ ਬੈਠੇ। ਕਹਿੰਦੇ ਰੱਬ ਇੱਥੇ ਦੇਈ ਜਾਂਦਾ ਸਾਰਾ। ਬੱਚਿਓ ਸਾਨੂੰ ਕਿਸੇ ਪਦਾਰਥ ਦੀ ਲੋੜ ਨਹੀਂ। ਜਿਸ ਪਰਮੇਸ਼ਰ ਨੇ ਜਨਮ ਦਿੱਤਾ ਹੈ ਉਹਨੇ ਰੋਜੀ ਲਿਖੀ ਹੋਈ ਹੈ। ਰਾਵਰ ਨਾਮ ਸੁਣਨੇ ਅਬ ਲਖਾ, ਤੁਮ ਹੋ ਧਨ ਧਰਮ ਡਡ ਰਾਖਾ। ਤੇ ਗੁਰੂ ਸਾਹਿਬ ਨੇ ਸੁਭਾਵਿਕ ਰਸਨਾ ਤੋਂ ਹੱਥ ਜੋੜ ਕੇ ਆਖਿਆ ਮਹਾਂਪੁਰਖੋ ਤੁਸੀਂ ਧੰਨ ਹੋ, ਧੰਨ ਹੋ, ਧੰਨ ਹੋ। ਪਰ ਇੱਕ ਬੇਨਤੀ ਆ ਸਾਡੀ, ਕਿਰਪਾ ਕਰਕੇ ਆਪਣਾ ਸ਼ੁਭ ਨਾਮ ਦੱਸੋ। ਜਿਨ੍ਹਾਂ ਨੇ ਇਹ ਕਿਹਾ ਨਾ ਵੀ ਪਰਾਲਬਧ ਸਾਡੀ ਜ਼ਿੰਦਗੀ ਦੀ ਨੌਕਰ ਹੈ। ਪਰਾਲਬਧ 3 ਪ੍ਰਕਾਰ ਦੀ ਹੈ। ਕੀਤੇ ਹੋਏ ਕਰਮ, ਜੋ ਕਰ ਰਹੇ ਆ, ਜੋ ਆਉਣ ਵਾਲੇ ਸਮੇਂ ਵਿੱਚ ਕਰਾਂਗੇ, ਤਿੰਨਾਂ ਦਾ ਨਿਚੋੜ, ਰਿਜ਼ਲਟ ਤੇ ਫਲ ਪਰਮਾਤਮਾ ਇੱਥੇ ਵੀ ਬਖਸ਼ਦਾ ਹੈ। ਤੇ ਸਾਧੂ ਕਹਿੰਦੇ ਅਸੀਂ ਕਿਸੇ ਅੱਗੇ ਹੱਥ ਕਿਉਂ ਵੱਢੀਏ ਜਦੋਂ ਪਰਮਾਤਮਾ ਨੇ ਜਨਮ ਦੇਣ ਸਾਰ ਪਹਿਲਾਂ ਰੋਜੀ ਲਿਖੀ ਹੋਈ ਹੈ। ਰੋਜ਼ੀ ਰਜ਼ਾਕ ਹੈ, ਰੋਜੀ ਲਿਖਣ ਵਾਲਾ ਹੈ, ਦਾਤਾਂ ਦੇਣ ਵਾਲਾ ਹੈ। ਇਸੇ ਕਰਕੇ ਉਹਨੂੰ ਰਹੀਮ ਤੇ ਕਰੀਮ ਆਖਿਆ ਜਾਂਦਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਆਖਣ ਲੱਗੇ ਪਿਆਰਿਓ ਜੇ ਤੁਸੀਂ ਚੰਗਾ ਚਾਹੋ ਤੇ ਆਪਣਾ ਨਾਮ ਦੱਸ ਦਿਓ, ਕਿਉਂਕਿ ਨਾਮ ਪੁੱਛਣਾ ਸਾਧੂ ਦਾ ਬੜਾ ਔਖਾ ਕੰਮ ਹੈ। ਸਾਧੂ ਇਹ ਵੀ ਕਹਿ ਸਕਦੇ ਆ ਸਰੀਰ ਦਾ ਨਾਮ ਆ ਤੇ ਸਰੀਰ ਮੇਰਾ ਨਹੀਂ ਹੈ। ਇਸੇ ਕਰਕੇ ਗੁਰੂ ਸਾਹਿਬ ਆਖਣ ਲੱਗੇ ਆ ਤੁਸੀਂ ਇਸ ਤਨ ਦਾ ਨਾਮ ਕੀ ਰੱਖਿਆ ਹੋਇਆ, ਇਸ ਚੂੜੀ ਦਾ ਪੁੱਛਣ ਦੀ ਅਸੀਂ ਇੱਛਾ ਰੱਖਦੇ ਆ। ਕੀ ਆਸਾ ਇੱਕ ਏਕੰਕਾਰੰ,
ਪਰ ਬ੍ਰਿਤ ਤਜ ਨਿਰਬ੍ਰਿਤ ਪਗ ਧਾਰ। ਮਰਦ ਕਹਿੰਦੇ ਅਸੀਂ ਤੇ ਨਾ ਤਾਂ ਤੁਹਾਡੇ ਤੋਂ ਪੁੱਛਿਆ ਤੁਸੀਂ ਜੱਗ ਦੀ ਪ੍ਰਵਿਰਤੀ ਛੱਡ ਕੇ, ਦੁਨੀਆ ਦੀਆਂ ਆਸਾਂ ਛੱਡ ਕੇ, ਸਭ ਕੁਝ ਤਿਆਗ ਕੇ ਇੱਕ ਨਿਰੰਕਾਰ ਦੀ ਆਸ ਵਿੱਚ ਬੈਠੇ ਹੋ। ਦੁਨੀਆ ਕੀ ਕਰਦੀ ਹੈ? ਦੁਨੀਆ ਤੇ ਸੰਸਾਰ ਰੱਬ ਨੂੰ ਛੱਡ ਕੇ ਧਰਮ ਵੀ ਬਦਲ ਸਕਦੀ ਹੈ, ਕਿਤੇ ਮਾਇਆ ਦਿਸਦੀ ਹੋਵੇ। ਅੱਜ ਬਹੁਤਾਤ ਵਿੱਚ ਲੋਕ ਧਰਮ ਪਰਿਵਰਤਨ ਕਰਦੇ ਆ, ਮੁੱਖ ਕਾਰਨ ਕੀ ਹੁੰਦੇ ਆ? ਪੈਸਾ, ਮਾਇਆ। ਜਦ ਕਿ ਮਾਇਆ ਤੇ ਧਰਮ ਦਾ ਲੈਣ ਦੇਣ ਹੀ ਕੋਈ ਨਹੀਂ, ਦੂਰ ਦੂਰ ਤੱਕ ਸੰਬੰਧ ਕੋਈ ਨਹੀਂ। ਤੇ ਗੁਰੂ ਸਾਹਿਬ ਆਖਣ ਲੱਗੇ ਮਹਾਂਪੁਰਖੋ ਐਡੀ ਵੱਡੀ ਪ੍ਰਵਿਰਤੀ ਛੱਡੀ ਆ। ਪ੍ਰਵਿਰਤੀ ਕੀ ਹੈ? ਪਰਿਵਾਰ ਦਾ ਘੇਰਾ। ਕੀ ਇਹਨਾਂ ਸਾਧੂਆਂ ਦੇ ਪਰਿਵਾਰ ਨਹੀਂ? ਇਹਨਾਂ ਦੇ ਮਾਤਾ ਪਿਤਾ ਨਹੀਂ ਹੋਣਗੇ, ਭੈਣ ਭਰਾ ਨਹੀਂ ਹੋਣਗੇ, ਸਭ ਕੁਝ ਛੱਡ ਕੇ ਆਏ ਆ। ਪਰ ਉਹਨਾਂ ਸਮਿਆਂ ਵਿੱਚ ਸਿੱਖ ਮੱਤ ਦਾ ਬਹੁਤਾ ਪ੍ਰਚਾਰ ਨਹੀਂ ਸੀ। ਗੁਰੂ ਸਾਹਿਬ ਆਪ ਛਿੱਟਾ ਦੇ ਰਹੇ ਆ ਨਾਮ ਦਾ। ਬੇਸ਼ੱਕ ਸਾਧੂ ਬੰਦਗੀ ਕਰਦੇ ਆ, ਪਰ ਇਸ ਸਰੀਰ ਨੂੰ ਹੱਠ ਦੇ ਨਾਲ ਸਾਧਣਾ, ਤਸੀਹੇ ਦੇਣਾ ਗੁਰਬਾਣੀ ਤੇ ਅਨੁਕੂਲ ਨਹੀਂ ਹੈ। ਗੁਰੂ ਸਾਹਿਬ ਨੇ ਸਾਰੀਆਂ ਚੀਜ਼ਾਂ ਦਾ ਖੰਡਨ ਕੀਤਾ। ਮਰਦ ਸਪਸ਼ਟ ਆਖਦੇ ਆ ਮਨ ਹੱਠ ਕੇ ਨਾ ਪਾਇਓ, ਸਭ ਥੱਕੇ ਕਰਮ ਕਮਾਏ, ਮਨ ਹੱਠ ਭੇਖ ਕਰ ਭਰਮ ਦੇ, ਚਿਤ ਲਾਇਆ ਦੂਜਾ ਪਾਏ। ਮਰਦ ਕਹਿੰਦੇ ਬਾਹਰੋਂ ਤੇ ਜਿੱਦ ਕਰੀ ਜਾਂਦਾ ਹੈ, ਜ਼ੁਬਾਨ ਕਰਕੇ ਮੌਨੀ ਬਣਿਆ ਬੈਠਾ ਹੈ। ਜਪਜੀ ਸਾਹਿਬ ਦੀ ਆਰੰਭਤਾ ਵਿੱਚ ਹੀ ਗੁਰੂ ਸਾਹਿਬ ਨੇ ਖੰਡਨ ਕਰ ਦਿੱਤਾ, ਚੁੱਪ ਹੈ ਚੁੱਪ ਨਾ ਹੋਵਈ, ਜੇ ਲਾਏ ਰਹਾ ਨਿਵਤਾ। ਅਗਲਾ ਵਚਨ ਕਰਦੇ ਨੇ, ਭੁੱਖਿਆ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆ ਭਾਰ, ਸਹਿਸ ਸਿਆਣਪਾ ਲੱਖ ਹੋਏ ਤਾਂ, ਇੱਕ ਨਾ ਚੱਲੇ ਨਾਲ, ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਟੁੱਟੈ ਮਾਨ। ਇਹ ਸਾਰੀਆਂ ਗੱਲਾਂ ਕਹਿ ਕੇ ਵੀ ਕਿਵੇਂ ਨਹਾਉਣ ਨਾਲ ਕੋਈ ਪਵਿੱਤਰ ਹੋ ਸਕਦਾ ਹੈ, ਭੁੱਖੇ ਰਹਿ ਕੇ ਰੱਬ ਮਿਲ ਸਕਦਾ ਹੈ, ਚੁੱਪ ਕੀਤਿਆਂ ਮੌਨੀ ਹੋਇਆ ਤੋਂ ਪਰਮਾਤਮਾ ਮਿਲ ਸਕਦਾ, ਚੁੱਪ ਤੇ ਜ਼ੁਬਾਨ ਕਰਕੇ ਉਹ ਮਨ ਤੇ ਫਿਰ ਬੋਲੀ ਜਾਂਦਾ ਉਹਨੂੰ। ਫਿਰ ਮਰਦ ਅੱਗੇ ਲਿਖਦੇ, ਕਿਵ ਸਚਿਆਰਾ ਹੋਈ ਹੈ, ਕਹਿੰਦੇ ਸਚਿਆਰ ਨਾਮ ਹੈ ਸੱਚੇ ਹੋਣ ਦਾ। ਕਿਵ ਕੂੜੈ ਟੁੱਟੈ ਪਾਲ, ਕਹਿੰਦੇ ਪਾਲ ਨਾਮ ਹੈ ਕੰਧ ਦਾ। ਕਿਵੇਂ ਝੂਠ ਦੀ ਦੀਵਾਰ ਜੀਵਨ ਵਿੱਚੋਂ ਡਿੱਗੇ, ਜਿਸ ਝੂਠ ਨੇ ਰੱਬ ਤੇ ਮਨੁੱਖ ਵਿੱਚ ਫਰਕ ਪਾਇਆ ਹੋਵੇ, ਭਰਮਾਇਆ ਹੋਵੇ। ਤੇ ਗੁਰੂ ਸਾਹਿਬ ਨੇ ਉੱਥੇ ਹੀ ਬਚਨ ਸ਼ੁਰੂ ਕੀਤਾ। ਕਹਿੰਦੇ ਮਹਾਂਪੁਰਖੋ ਪ੍ਰਵਿਰਤੀ ਛੱਡੀ ਹੈ, ਬੜਾ ਔਖਾ ਕੰਮ ਹੈ, ਬਹੁਤ ਔਖਾ ਹੈ। ਬਾਣੀ ਨੇ ਬੇਅੰਤ ਪ੍ਰਮਾਣ ਦਿੱਤੇ ਹੋਏ ਆ। ਬੰਦਾ ਕਹਿੰਦਾ ਮੈਂ ਆਹ ਛੱਡਤਾ, ਮੈਂ ਉਹ ਛੱਡਤਾ। ਕਿਸੇ ਨੇ ਕਿਹਾ ਮੈਂ 5 ਕਰੋੜ ਛੱਡਿਆ, ਕਿਸੇ ਨੇ ਕਿਹਾ ਮੈਂ 2 ਛੱਡਤਾ, ਮੈਂ ਲਾਲਚ ਨਹੀਂ ਕੀਤਾ ਧਰਮ ਦੇ ਚੱਕਰ 'ਚ। ਪਰ ਧਰਮ ਕਹਿੰਦਾ ਜੇ ਆਹ ਸੁਣਾਉਣਾ ਹੀ ਸੀ ਤੇ ਫਿਰ ਇਕੱਠੇ ਕਰ ਲੈਂਦਾ। ਮਾਇਆ ਤਦੀ ਤੋਂ ਕਿਆ ਭਇਆ, ਮਾਨ ਧਰਿਆ ਨਹੀਂ ਜਾਏ। ਪੈਸਾ ਛੱਡੇ ਦਾ ਕੀ ਫਾਇਦਾ ਮਾਇਆ ਦਾ, ਜੇ ਮਾਨ ਹੀ ਨਾ ਛੱਡਿਆ ਉਹਦਾ। ਤੂੰ 5-10 ਕਰੋੜ ਨੂੰ ਲੱਤ ਮਾਰ ਕੇ ਆ ਗਿਆ, ਪਰ ਹੰਕਾਰ ਦਾ ਕਿੱਲਾ ਤੇ ਅੰਦਰ ਅੜਿਆ ਹੋਇਆ ਵੀ ਮੈਂ ਛੱਡ ਗਿਆ ਆ, ਮੈਂ ਲੱਤ ਮਾਰੀ, ਮੈਂ ਠੋਕਰ ਮਾਰੀ। ਮਰਦ ਕਹਿੰਦੇ ਆ ਛੱਡਣਾ ਸੀ, ਮਾਇਆ ਨਾਲ ਕੀ ਸੰਬੰਧ ਹੈ? ਗੁਰੂ ਸਾਹਿਬ ਨੇ ਸਪਸ਼ਟ ਪੁੱਛਿਆ, ਕਹਿੰਦੇ ਪ੍ਰਵਿਰਤੀ ਛੱਡ ਕੇ ਨਿਰਵਿਰਤੀ ਦੇ ਪੱਖ 'ਚ ਆਇਓ। ਨਿਰਵਿਰਤੀ ਹੁੰਦਾ ਤਿਆਗ, ਤੇ ਪ੍ਰਵਿਰਤੀ ਹੁੰਦੀ ਆ ਵੀ ਹੋਰ ਆ ਜੇ, ਹੋਰ ਆ ਜੇ, ਆ ਵੀ ਮਿਲ ਜੇ, ਉਹ ਵੀ ਮਿਲ ਜੇ। ਇਹ ਪ੍ਰਵਿਰਤੀ ਹੈ। ਜਦੋਂ ਕਹਿੰਦੇ ਸਾਧੂਆਂ ਨੇ ਸੁਣਿਆ, ਉਹਨਾਂ ਜਾਣ ਲਿਆ ਵੀ ਬੱਚੇ ਦੀ ਉਮਰ ਤੇ ਬਹੁਤ ਛੋਟੀ ਹੈ, ਸ਼ਬਦ ਬਹੁਤ ਗਹਿਰੇ ਨੇ, ਬੜੇ ਡੂੰਘੇ ਬੋਲ ਬੋਲਦੇ ਹਨ। ਮਤ ਅਗਾਤੀ ਸੰਤ ਸੁਚਾਲੀ, ਸ਼ਾਂਤ ਲਤਾ ਭਲ ਬਿਦ ਪ੍ਰਤਪਾਲੀ। ਸੁਣ ਕੇ ਸਾਧੂ ਖੁਸ਼ ਹੋਏ। ਸ਼ਾਂਤ ਸੁਭਾਅ ਦੇ ਨਾਲ ਦਾ ਭਗਤੀ ਕਰੀ ਦਾ ਲਾਭ ਕੀ ਹੁੰਦਾ? ਅੰਦਰੋਂ ਕ੍ਰੋਧ ਦਾ ਬੁਝੇ। ਨਾਮ ਜਪੇ ਦਾ ਫਾਇਦਾ ਸਾਡੇ ਜੀਵਨ ਤੇ ਦਿਸਣਾ ਚਾਹੀਦਾ ਹੈ। ਅੱਜ ਅਸੀਂ ਰੌਲਾ ਪਤਾ ਕੀ ਪਾਇਆ, ਨਾਮ ਜਪੋ ਜੀ ਦਰਗਾਹ 'ਚ ਕੰਮ ਆਊਗਾ। ਇੱਥੇ ਤੇ ਲੋਕਾਂ ਦੇ ਗਲ ਪੈਂਦਾ ਫਿਰਦਾ ਹੈ, ਇੱਥੇ ਤੇ ਦੁਨੀਆ ਨਾਲ ਡੰਡੇ ਸੋਟੇ ਹੁੰਦਾ ਫਿਰਦਾ ਹੈ, ਪਰ ਲੋਕ ਕਿਹਨੇ ਵੇਖਿਆ? ਸਤਿਗੁਰ ਕਹਿੰਦੇ ਨਾਮ ਜਪੇ ਦਾ ਅਸਰ ਤੇਰੇ ਜੀਵਨ ਤੇ ਇੱਥੇ ਦਿਸਣਾ ਚਾਹੀਦਾ ਹੈ। ਇਹ ਨਾ ਹੋਵੇ ਰੋਟੀ ਮੈਂ ਅੱਜ ਖਾਵਾਂ ਜੀ, ਭੁੱਖ ਮੇਰੀ ਅਗਲੇ ਸਾਲ ਵਾਲੀ ਮੁੱਕ ਜੂਗੀ। ਬੰਦਗੀ ਕੀਤੀ ਹੈ, ਨਾਮ ਜਪਿਆ, ਤੇਰੇ ਜੀਵਨ ਤੇ ਉਹਦਾ ਪ੍ਰਭਾਵ ਦਿਸਣਾ ਚਾਹੀਦਾ, ਤੇ ਦਿਸਦਾ ਵੀ ਹੈ ਰੱਬ ਦੇ ਪਿਆਰਿਆਂ ਦੇ। ਜਿਹੜੇ ਬੰਦਗੀ ਵਾਲੇ ਨਾਮ ਜਪਣ ਵਾਲੇ ਗੁਰਸਿੱਖ ਨੇ, ਕਦੇ ਸੱਚਖੰਡ ਹਰਿਮੰਦਰ ਸਾਹਿਬ ਦੀ ਧਰਤੀ ਸਵੇਰੇ 3 ਵਜੇ ਜਾ ਕੇ ਵੇਖੋ। ਵੱਡੇ ਵੱਡੇ ਅਸਥਾਨਾਂ ਤੇ ਸੇਵਾ ਕਰਨ ਵਾਲੀਆਂ ਉਹਨਾਂ ਸੂਖਸ਼ਮ ਰੂਹਾਂ ਨੂੰ ਵੇਖੋ, ਜਿਨ੍ਹਾਂ ਨੂੰ ਜਾਣਦਾ ਹੀ ਕੋਈ ਨਹੀਂ, ਪਰ ਬਹੁਤ ਵੱਡੀ ਕਿਰਪਾ ਹੈ, ਬਹੁਤ ਕੁਝ ਖੱਟਿਆ ਹੋਇਆ। ਤੇ ਇੱਕ ਮੇਰੇ ਵਰਗਾ ਵੀ ਹੁੰਦਾ, ਉੱਠ ਕੇ 10-11 ਵਜੇ ਗੁਰਦੁਆਰੇ ਜਾ ਕੇ ਲੋਕਾਂ ਨੂੰ ਵਿਖਾਉਂਦਾ ਵੀ ਮੇਰੇ ਜਿੰਨੀ ਕੋਈ ਸੇਵਾ ਨਹੀਂ ਕਰ ਸਕਦਾ, ਮੇਰੇ ਜਿੰਨਾ ਪਾਠ ਨਹੀਂ ਕਰ ਸਕਦਾ। ਇਹ ਹਉਮੈ ਹੈ ਨਾ। ਇਹ ਬਸ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਨਮੁਖ ਬੈਠੇ ਸ਼ਾਂਤ ਹੋਣਾ ਕੋਈ ਸੌਖੀ ਗੱਲ ਹੈ ਜੀ।
ਜ਼ਿੰਦਗੀ ਦਾ ਸਭ ਤੋਂ ਵੱਡਾ ਮਕਸਦ ਇਹ ਹੀ ਹੈ ਵੀ ਮੈਂ ਸ਼ਾਂਤ ਹੋ ਜਾ, ਪਰ ਹੋ ਹੀ ਨਹੀਂ ਸਕਦੇ। ਮਨ ਤੇ ਪਾਠ ਕਰਦਾ, ਨਾਮ ਜਪਦਾ, ਧਰਮ ਦੀ ਦੁਨੀਆ 'ਚ ਬੈਠਾ ਲੋਕਾਂ ਦੇ ਖਿਆਲਾਂ 'ਚ ਪਰੇਸ਼ਾਨ ਹੋਇਆ ਪਿਆ। ਦੂਜਿਆਂ ਦੀਆਂ ਖੁਸ਼ੀਆਂ ਸਾਨੂੰ ਸਾੜ ਰਹੀਆਂ ਨੇ, ਜਲਾ ਰਹੀਆਂ ਨੇ। ਇਸੇ ਕਰਕੇ ਬਾਣੀ ਨੂੰ ਕਹਿਣਾ ਪਿਆ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ। ਵਾਹਿਗੁਰੂ ਸਾਰਾ ਜੱਗ ਸੜਿਆ ਪਿਆ, ਸੜਦਾ ਬਲਦਾ ਏ, ਆਪਣੀ ਕਿਰਪਾ ਨਾਲ ਮੈਨੂੰ ਬਚਾ। ਮਨ ਨਾ ਸੜੇ ਪਿਆ, ਮਨ ਆਪਣੇ ਕੰਢੇ ਸਾੜੀ ਜਾਂਦਾ। ਸਾਧੂ ਇੰਨੇ ਸ਼ਾਂਤ ਸੀ, ਨੇਤਰ ਭਰ ਉਹਨਾਂ ਗੁਰੂ ਸਾਹਿਬ ਵੱਲ ਵੇਖਿਆ। ਭਾਈ ਬਾਲਾ ਜੀ ਕਹਿੰਦੇ ਸਾਡੀ ਮਾਇਆ ਵੱਲ ਨਹੀਂ ਵੇਖਿਆ ਉਹਨਾਂ। ਤਿਆਗ ਇਹਨੂੰ ਕਹਿੰਦੇ ਆ। ਨਹੀਂ ਤੇ ਸਾਧੂ ਕਿਤੇ ਅੱਜ ਕੱਲ੍ਹ ਵਾਲੇ ਹੁੰਦੇ ਨਾ, ਉਹਨਾਂ ਭੱਜ ਕੇ ਫਿਰਨਾ ਸੀ ਵੀ ਲੈ ਵੀ ਜਵਾਕ ਆ ਗਏ, ਪਤਾ ਪਤਾ ਹੈ ਨਹੀਂ, ਮਾਇਆ ਇਹਨਾਂ ਕੋਲ ਬੜੀ ਹੈ, ਕਿਸੇ ਨਾ ਕਿਸੇ ਤਰੀਕੇ ਦੁਆਰਾ ਲਾਓ ਟੀਕਾ ਤੇ ਕਰੋ ਪੈਸੇ ਇਕੱਠੇ, ਆਸ਼ੀਰਵਾਦ ਦੇ ਦਿਓ। ਪਰ ਨਹੀਂ, ਗੁਰੂ ਨਾਨਕ ਬੈਠੇ ਆ ਉੱਥੇ, ਕੋਈ ਮੇਰੇ ਵਰਗਾ ਨਹੀਂ ਬਹਾਨੀ ਬੈਠਾ। ਉਹ ਰੱਬ ਵੇਖ ਰਿਹਾ ਵੀ ਇਸ ਸਾਧ ਦੇ ਵਿੱਚ, ਫਕੀਰ ਦੇ ਵਿੱਚ ਕਿਤੇ ਕਪਟ ਦੇ ਨਹੀਂ ਹੈ। ਐਵੇਂ ਤਾਂ ਨਹੀਂ ਮਰਦ ਨੇ ਮਾਇਆ ਸਾਹਮਣੇ ਰੱਖ ਦਿੱਤੀ, ਦੇਖ ਰਹੇ ਆ ਮਾਇਆ ਦੀ ਚਾਹਤ ਕਿੰਨੀ ਹੈ। ਸਾਧੂ ਤੇ ਬਣ ਗਏ ਆ, ਤਨ ਤੇ ਸੁਭਾਅ ਵੀ ਬਣ ਲਈ। ਜੇ ਮਾਇਆ ਦਾ ਮੋਹ ਹੀ ਨਾ ਛੱਡਿਆ, ਲਾਲਚ ਹੀ ਨਾ ਛੱਡਿਆ, ਫਿਰ ਸਭ ਜੋ ਦਿਸਦਾ ਇਹ ਪਖੰਡ ਹੈ। ਉਨ ਭਾਖਤ ਮਹੰਤ ਸੁਭ ਬਾਣੀ, ਭੋਤੀ ਮਤ ਤੁਮ ਹੋ ਗੁਣ ਖਾਨੀ। ਫਿਰ ਉਹ ਮਹੰਤ ਬੜੇ ਸ਼ਾਂਤ ਲਹਿਜ਼ੇ ਵਿੱਚ ਆਖਣ ਲੱਗੇ, ਧੀ ਮਤ। ਧੀ ਨਾਮ ਬੁੱਧੀ ਦਾ ਹੁੰਦਾ ਸੰਸਕ੍ਰਿਤ ਦੇ ਵਿੱਚ, ਮਤ ਨਾਮ ਗਿਆਨ ਦਾ। ਜਿਹਦੀ ਅਕਲ ਦੇ ਵਿੱਚ ਗਿਆਨ ਹੋਵੇ, ਇਹੋ ਜਿਹੇ ਲੋਕ ਬਹੁਤ ਘੱਟ ਹੁੰਦੇ ਆ। ਇਨਫੋਰਮੇਸ਼ਨ ਅਤੇ ਨੌਲੇਜ ਦੋਨੇ ਚੀਜ਼ਾਂ ਅਲੱਗ-ਅਲੱਗ ਨੇ, ਕਦੇ ਇਕੱਠੀਆਂ ਨਹੀਂ ਹੁੰਦੀਆਂ। ਪਰ ਗਿਆਨੀ ਹੋਣਾ ਮਨ ਦੇ ਤਲ ਤੇ ਹੈ। ਦਿਮਾਗ ਦਾ ਗਿਆਨ ਇਕੱਠਾ ਕਰ ਲਓ, ਦੁਨੀਆ ਕਰੀ ਫਿਰਦੀ ਹੈ ਜੀ। ਗੂਗਲ ਬਣੇ ਫਿਰਦੇ ਆ ਲੋਕ, ਜੋ ਮਰਜ਼ੀ ਪੁੱਛ ਲਓ, ਖੜੇ ਪੈਰ ਦੱਸ ਦਿੰਦੇ ਆ। ਸ਼ਾਂਤ ਕਿੰਨੇ ਕੁ ਨੇ, ਟਿਕਾ ਕਿੰਨਾ ਕੁ ਹੈ। ਗਿਆਨ ਹਮੇਸ਼ਾ ਹਿਰਦੇ ਦੀ ਵਾਰਤਾ ਏ। ਗੁਰਬਾਣੀ ਸੂਖਸ਼ਮ ਗਿਆਨ ਹੈ। ਜਦੋਂ ਬਾਣੀ ਪੜ੍ਹਦੇ ਆ, ਬਾਣੀ ਵਿਚਾਰਦੇ ਆ, ਅੰਦਰ ਨੂੰ ਸ਼ਾਂਤੀ ਮਿਲਦੀ ਹੈ ਨਾ। ਬੰਦਾ ਕਿੰਨਾ ਮਰਜ਼ੀ ਕਲਪਿਆ ਹੋਵੇ, ਪਰੇਸ਼ਾਨ ਹੋਵੇ, 2 ਘੜੀ ਗੁਰੂ ਘਰ ਬਹਿ ਕੇ ਕਥਾ ਸੁਣ ਲੈ, ਕੀਰਤਨ ਸੁਣ ਲੈ, ਬਾਣੀ ਸੁਣ ਲੈ, ਇਕਾਗਰਤਾ ਬਣ ਜਾਂਦੀ ਹੈ, ਆਨੰਦ ਮਿਲਦਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਆਖਣ ਲੱਗੇ ਉਹ ਮਹਾਂਪੁਰਖ ਸਾਧੂ, ਕਹਿੰਦੇ ਧੀਵਤ ਐ ਸ੍ਰੇਸ਼ਟ ਬੁੱਧੀ ਵਾਲੇ ਬੱਚਿਓ ਬਾਲਗੋ, ਮੈਨੂੰ ਲੱਗਦਾ ਹੈ ਤੁਹਾਡੀਆਂ ਛੋਟੀਆਂ ਉਮਰਾਂ ਜ਼ਰੂਰ ਨੇ, ਪਰ ਤੁਹਾਡੇ ਮਨਸੂਬੇ ਵੱਡੇ ਨੇ। ਆਖੋ ਸਤਿਨਾਮ, ਰੁਤਬੇ ਵੱਡੇ ਆ ਤੁਹਾਡੇ। ਗੁਰੂ ਸਾਹਿਬ ਨੇ ਭੇਦ ਨਹੀਂ ਦਿੱਤਾ ਵੀ ਮੈਂ ਰੱਬ ਆ, ਮੈਂ ਪਰਮਾਤਮਾ, ਤੁਸੀਂ ਕਿੱਥੇ ਬੈਠੇ, ਕਿਹੜੇ ਰੱਬ ਨੂੰ ਚੇਤੇ ਕਰਦੇ ਆ ਤੇ ਬੈਠਾ ਤੁਹਾਡੇ ਸਾਹਮਣੇ। ਇੰਨੇ ਸ਼ਾਂਤ, ਇੰਨੀ ਨਿਮਰਤਾ 'ਚ ਬੈਠੇ ਆ। ਉਹ ਸਾਧੂ ਪਰਖ ਰਹੇ ਆ, ਉਹਨਾਂ ਨੂੰ ਲੱਗ ਰਿਹਾ ਵੀ ਖਾਸ ਨਹੀਂ ਹੋਈ। ਇਸੇ ਕਰਕੇ ਜਦੋਂ ਨਾਮ ਮਹਾਰਾਜ ਨੇ ਪੁੱਛਿਆ ਨਾਂ ਤੋਂ ਪਹਿਲਾਂ, ਉਹ ਕਹਿੰਦੇ ਤੁਸੀਂ ਖਾਸ ਹੋ, ਬੜੇ ਸਿਆਣੇ ਜਾਪਦੇ ਹੋ। ਬੈਸ ਕਿਸ਼ੋਰ ਵਿਖੇ ਪਮਾਨੀ, ਸਤ ਸੰਗਤ ਪਰ ਸੁਮਤ ਲਭਾਨੀ। ਇਹ ਸਾਧੂਆਂ ਦਾ ਅਗਲਾ ਬਚਨ ਸੀ, ਕਹਿੰਦੇ ਇੰਨੀ ਛੋਟੀ ਉਮਰ ਦੇ ਵਿੱਚ ਤੁਹਾਨੂੰ ਕਿਹਨੇ ਦੱਸਿਆ ਵੀ ਸਤ ਸੰਗ ਵਿੱਚ ਬੈਠੀ ਹੈ। ਪੁੱਤਰੋ, ਵੱਡੇ ਵੱਡੇ ਲੋਕ ਸਾਨੂੰ ਵੇਖ ਕੇ ਅਣਡਿੱਠ ਕਰਕੇ ਚਲੇ ਜਾਂਦੇ ਨੇ। ਇੰਨੀ ਛੋਟੀ ਉਮਰ ਵਿੱਚ ਕਿਹਨੇ ਭੇਜਤਾ ਤੁਹਾਨੂੰ? ਤੁਸੀਂ ਸਾਧੂਆਂ ਕੋਲ ਆਏ ਹੋ, ਆ ਕੇ ਬੈਠੇ ਹੋ, ਸਵੇਰ ਦੇ ਬੈਠੇ ਹੋ, ਸਾਰਾ ਦਿਨ ਹੋ ਗਿਆ ਗੱਲਾਂ ਕਰਦੇ ਹੋ। ਅਸੀਂ ਕੁਝ ਤੁਹਾਨੂੰ ਛਕਾਇਆ ਨਹੀਂ, ਕੁਝ ਖਵਾਇਆ ਪਿਲਾਇਆ ਨਹੀਂ, ਨਾ ਤੁਸੀਂ ਮੰਗਿਆ, ਨਾ ਕੋਈ ਆਸ ਰੱਖੀ, ਨਾ ਆਪਣਾ ਦੁੱਖ ਦੱਸਿਆ ਜੀ ਪਿਆਸ ਲੱਗੀ ਹੈ। ਕਹਿੰਦੇ ਤੁਹਾਡੇ ਕੋਲ ਇਹ ਗੁਣ ਕਿੱਥੋਂ ਆਇਆ ਵੀ ਸਤ ਸੰਗਤ ਕਰਨੀ ਹੈ? ਕਿਤੇ ਨਾ ਕਿਤੇ ਕੋਈ ਪੂਰਬਲਾ ਅੰਕੁਰ ਤੁਹਾਡੇ ਅੰਦਰ ਹੈ, ਕੋਈ ਗੁਣ ਹੈ। ਕਿਉਂਕਿ ਉਹ ਸਾਧੂ ਕਿਸੇ ਨਾਲ ਗੱਲ ਨਹੀਂ ਕਰਦੇ, ਉਹਨਾਂ ਨਾਲ ਗੱਲ ਕਰਨ ਵਾਲੇ ਦਾ ਲੈਵਲ ਵੀ ਇੰਨਾ ਹਾਈ ਹੋਣਾ ਚਾਹੀਦਾ ਹੈ, ਐਡੀ ਬੰਦਗੀ ਹੋਣੀ ਚਾਹੀਦੀ ਹੈ। ਜਿਹੜੇ ਨੇਤਰ ਬੰਦ ਕਰਕੇ ਬੈਠੇ ਆ, ਗੁਰੂ ਸਾਹਿਬ ਦੇ ਆਇਆ ਜਿਹਨਾਂ ਅੱਖਾਂ ਖੋਲ ਕੇ ਵੇਖਿਆ, ਕੋਈ ਸੌਖੇ ਆ? ਜਿਹੜੇ ਇੰਨੇ ਸਾਧੂਆਂ ਦੇ ਮੁਖੀ ਨੇ, ਜੇ ਤਪ ਕੀਤਾ ਹੋਊਗਾ ਇੰਨਾ ਤਾਂ ਹੀ ਮੁਖੀ ਬਣਿਆ ਉਹ, ਐਵੇਂ ਤਾਂ ਨਹੀਂ ਬਣ ਗਏ। ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਉਸ ਸਾਧੂ ਨੇ ਪਰਖਦੇ ਕੁਝ ਸਹਿਜ ਦੇ ਬੋਲਿਆ ਕਿ ਨੇ, ਸੰਤਰੀਨ ਹੈ ਨਾਮ ਹਮਾਰਾ, ਸ੍ਰੀ ਗੁਰ ਬਚ ਸੋ ਧਰਿਓ ਸੁਧਾਰ। ਇਸ ਸਾਧੂ ਨੇ ਫਿਰ ਆਪਣਾ ਨਾਮ ਦੱਸਿਆ। ਕਹਿੰਦੇ ਮੇਰਾ ਨਾਮ, ਮੇਰਾ ਤੋਂ ਭਾਵ ਇੱਕ ਦੁਨਿਆਵੀ ਬੋਲੀ ਹੈ, ਹਉਮੈ ਵਾਲੀ ਬਚਨ ਨਹੀਂ ਕੀਤੇ ਉਹਨਾਂ ਨੇ।
इस खलड़े का, इस मिट्टी का, इस शरीर का, इस चोले का नाम है संत रेन। संत रेन ਜਦੋਂ ਉਹਨਾਂ ਨਾਮ ਦੱਸਿਆ ਨਾ ਵੀ ਸਾਡਾ ਨਾਮ ਸੰਤ ਰੇਨ ਹੈ, ਗੁਰੂ ਨਾਨਕ ਸਾਹਿਬ ਮਹਾਰਾਜ ਨੇ ਦੋਨੇ ਹੱਥ ਜੋੜੇ, ਉਹਨਾਂ ਦੇ ਚਰਨਾਂ ਤੇ ਆਪਣਾ ਸੀਸ ਰੱਖ ਦਿੱਤਾ। ਆਖੋ ਸਤਿਨਾਮ। ਸੰਤ ਰੇਨ ਦਾ ਭਾਵ ਕੀ ਹੈ ਜੀ? ਅਰਥ ਕੀ? ਅੱਜ ਕੱਲ੍ਹ ਤੇ ਨਾਮ ਸਾਡੇ ਬੜੇ ਪੁੱਠੇ ਆ। ਨਾਮ ਰੱਖਿਆ ਗੁਰਮੁਖ ਸਿੰਘ, ਸਾਰੇ ਪਿੰਡ 'ਚ ਲੜਾਈ ਦੀ ਲੜ ਹੈ, ਪੁੱਠੇ ਕੰਮ ਚੱਲ ਰਹੇ। ਨਾਮ ਕਿਰਪਾਲ ਸਿੰਘ ਹੈ, ਠੱਗੀਆਂ ਠੋਰੀਆਂ 'ਚ ਕਈ ਵਾਰ ਜੇਲ੍ਹ ਕੱਟ ਆਇਆ, ਨਾਂ ਤੋਂ ਪੁੱਠੇ ਜਾ ਰਹੇ। ਅੱਗੇ ਨਾਮ ਉਹੀ ਹੁੰਦੇ ਸੀ ਜਿਨ੍ਹਾਂ ਦਾ ਮੀਨਿੰਗ ਜੀਵਨ ਵਿੱਚ ਹੁੰਦਾ ਸੀ। ਹੁਣ ਤੇ ਨਾਮ ਮੈਂ ਕਹਿੰਦਾ ਵੇਖੋ ਸਾਡੇ ਘਰਾਂ ਦੇ ਵਿੱਚ ਹਾਲ ਕੀ ਹੈ, ਤੇ ਬੱਚਿਆਂ ਦੇ ਨਾਂ ਲੋਕਾਂ ਨੇ ਏਡੇ ਧਾਰਮਿਕ ਰੱਖੇ ਹੋਏ ਆ, ਜੈਦੇਵ ਸਿੰਘ, ਸਹਿਜਪਾਲ ਸਿੰਘ, ਵੀ ਪਤਾ ਨਹੀਂ ਬਈ ਕਿੱਡੀ ਕੁ ਬੰਦਗੀ ਹੋਣੀ ਤੇ ਕਿੱਡੀਆਂ ਕੁਰਬਾਨੀਆਂ ਹੋਣੀਆਂ ਪ੍ਰਵਾਨ। ਚੰਗੀ ਗੱਲ ਆ, ਨਾਮ ਰੱਖੋ, ਪਰ ਨਾਮ ਦਾ ਇਲਾਜ ਵੀ ਤੇ ਰੱਖੋ, ਅਸਰ ਵੀ ਤੇ ਕਰ ਲਓ ਨਾ। ਗੁਰੂ ਸਾਹਿਬ ਨੂੰ ਆਖਣ ਲੱਗੇ ਸਾਡਾ ਨਾਮ ਹੈ ਸੰਤ ਰੇਨ। ਮਹਾਰਾਜ ਨੇ ਕਿਉਂ ਨਮਸਕਾਰ ਕੀਤੀ? ਸੰਤ ਨਾਮ ਹੈ ਸ਼ਾਂਤ ਚਿੱਤ ਦਾ, ਜਿਹਨੂੰ ਗੁੱਸਾ ਕਦੇ ਆਉਂਦਾ ਹੀ ਨਹੀਂ ਬੱਚੇ। ਕੋਈ ਗਰਦਨ ਵੀ ਵੱਢ ਦੇ, ਸੰਤ ਨੂੰ ਗੁੱਸਾ ਨਹੀਂ ਆਉਂਦਾ ਕਦੇ। ਗਾਲ ਵੀ ਕੱਢ ਦੇ, ਮਾੜਾ ਵੀ ਕਹਿ ਦਿਓ, ਸੰਤ ਕਾਹਦਾ ਜਿਹੜਾ ਭੜਕ ਗਿਆ, ਕਲਪ ਗਿਆ, ਗੁੱਸੇ 'ਚ ਆ ਗਿਆ। ਰੇਨ, ਰੇਨ ਨਾਮ ਹੈ ਧੂੜ ਦਾ, ਚਰਨ ਧੂੜ। ਸੰਤ ਰੇਨ ਕਹਿੰਦੇ ਸ਼ਾਂਤੀ ਦੀ ਮੂਰਤ ਤੇ ਸਾਧੂਆਂ ਦੀ ਧੂੜੀ, ਇਹ ਨਾਮ ਦਾ ਅਰਥ ਸੀ ਉਹਨਾਂ ਦਾ। ਬੱਚਿਓ ਸਾਡਾ ਨਾਮ ਸੰਤ ਰੇਨ ਹੈ। ਜਮਾਨਾ ਇਸ ਸਰੀਰ ਨੂੰ ਸੰਤ ਰੇਨ ਆਖਦਾ ਏ। ਦੀਨ ਗਰੀਬੀ ਕੋ ਸਿਰ ਪਾਓ, ਸੋ ਜਸ ਜਸ ਬੋ ਵਦਤ ਪਰਵਾਓ। ਤੇ ਅਗਲਾ ਬਚਨ ਸਾਧੂਆਂ ਨੇ ਫੇਰ ਆਖਿਆ, ਕਹਿੰਦੇ ਨਾਮ ਸੰਤ ਰੇਨ ਹੈ ਸਾਡਾ, ਤੇ ਗਰੀਬੀ ਦਾ ਸਿਰੋਂ ਪਾਓ, ਰੱਬ ਦੇ ਪਿਆਰਿਆਂ ਨੇ ਸਾਡੇ ਗਲ ਪਾਇਆ। ਗਰੀਬੀ ਦਾ ਸਿਰੋਂ ਪਾਓ ਕਿਹਨੂੰ ਕਹਿੰਦੇ? ਜਿਹੜਾ ਸਿਰ ਤੋਂ ਲੈ ਕੇ ਪੈਰਾਂ ਤੱਕ ਇੱਜ਼ਤ ਕੱਜੇ। ਅੱਜ ਕੱਲ੍ਹ ਤੇ ਸਰੋਪਿਆਂ ਦਾ ਮਜ਼ਾਕ ਹੀ ਬਣਿਆ ਹੋਇਆ ਹੈ, ਤੁਹਾਨੂੰ ਸਾਰਿਆਂ ਨੂੰ ਹੀ ਪਤਾ। ਜਿੱਥੇ ਮਰਜ਼ੀ ਚੱਲ ਜਾਓ, ਵੱਡੇ ਤੋਂ ਵੱਡੇ ਇਤਿਹਾਸਕ ਸਥਾਨ, ਸਰੋਪਾ ਕੀ ਚੀਜ਼ ਹੈ? ਇੱਕ ਮਜ਼ਾਕ ਹੈ, ਇੱਕ ਮਖੌਲ ਹੈ। ਜਿਹੜਾ ਬੰਦਾ 6 ਮਹੀਨੇ ਨਾ ਨਾਵੇ, ਗੁਰਦੁਆਰੇ ਆ ਕੇ ਮਾੜਾ ਜਾਉਦਾ ਲੈ ਕੇ ਆ ਜੇ, ਮੇਰੇ ਵਰਗਾ ਭੱਜ ਕੇ 20 ਸਰੋਪੇ ਪਾਉਂਦਾ ਘਰ 'ਚ। ਸਰੂਪਾ ਮਿਲਦਾ ਕਿਹਨੂੰ ਸੀ? ਜਦੋਂ ਗੁਰਬਾਣੀ ਪੜ੍ਹਦੇ ਆ, ਰਹਿਤਨਾਮੇ ਪੜ੍ਹਦੇ ਆ, ਉੱਥੇ ਜੇਕਰ ਆਉਂਦਾ ਜਿਹਨੇ ਆਪਣਾ ਆਪ ਕੌਮ ਤੋਂ ਵਾਰਿਆ, ਜਿਸ ਪਰਿਵਾਰ ਦੀ ਕੌਮ ਲਈ ਗੁਰੂ ਲਈ ਕੁਰਬਾਨੀ ਹੈ ਨਾ ਕੋਈ, ਕੇਵਲ ਉਹੀ ਸਿਰੋਂ ਪਾਉ ਦਾ ਹੱਕਦਾਰ। ਸਿਰ ਤੋਂ ਲੈ ਕੇ ਪੈਰਾਂ ਤੱਕ ਗੁਰੂ ਨੇ ਜਿਹਦੀ ਲਾਜ ਰੱਖੀ, ਤੇ ਜਿਹਨੇ ਆਪਾ ਸਿਰ ਤੋਂ ਪੈਰਾਂ ਤੱਕ ਗੁਰੂ ਲਈ ਵਾਰਿਆ। ਤੇ ਸਾਧੂ ਕਹਿੰਦੇ ਜੀ ਸਾਡੇ ਕੋਲ ਗਰੀਬੀ ਦਾ ਸਿਰੋਂ ਪਾਉ ਹੈ। ਬਾਣੀ ਚੋਂ ਸ਼ਬਦ ਹੈ, ਗਰੀਬੀ ਗਦਾ ਹਮਾਰੀ ਖੰਡੇ ਰੇਨ ਸ਼ਾਰੀ। ਗਰੀਬੀ ਨਿਮਰਤਾ ਦੀ ਗਰੀਬੀ ਹੈ, ਪੈਸੇ ਵਾਲੀ ਗਰੀਬੀ ਦਾ ਜ਼ਿਕਰ ਨਹੀਂ ਹੈ। ਇਹ ਤੇ ਦੁਨੀਆ ਨੇ ਜੋੜਿਆ ਗਰੀਬੀ ਤੇ ਅਮੀਰੀ, ਰੱਬ ਨੇ ਤੇ ਕਿਸੇ ਨੂੰ ਗਰੀਬ ਤੇ ਅਮੀਰ ਨਹੀਂ ਬਣਾਇਆ। ਤੇ ਨਾ ਹੀ ਗਰੀਬੀ ਕੋਈ ਕਲੰਕ ਆ, ਤੇ ਨਾ ਕੋਈ ਅਮੀਰੀ ਬਾਦਸ਼ਾਹਤ ਹੈ। ਇਹ ਤੇ ਮਾਇਆ ਦੀ ਹੇਰ ਫੇਰ ਹੈ, ਤੋਂ ਵੱਧ ਕੇ ਕੁਛ ਨਹੀਂ। ਇਸ ਦੁਨੀਆ ਤੇ ਗਰੀਬਾਂ ਨੂੰ ਅਮੀਰ ਹੁੰਦੇ ਵੇਖਿਆ, ਤੇ ਅਮੀਰਾਂ ਨੂੰ ਕੰਗਾਲ ਬਣਦੇ ਵੇਖਿਆ। ਪਰ ਬੰਦੇ ਨੇ ਧਰਮ ਨੂੰ ਜੋੜਿਆ ਇਸ ਚੀਜ਼ ਦੇ ਨਾਲ, ਆਪ ਜੋੜਿਆ ਵੀ ਜੇ ਗਰੀਬੀ ਆ ਗਈ ਸ਼ਾਇਦ ਕਿਸਮਤ ਮਾੜੀ ਹੈ, ਜੇ ਗਰੀਬਾਂ ਦੇ ਘਰੇ ਜਾਂਦੇ ਆ। ਜੇ ਅਮੀਰਾਂ ਦੇ ਜੰਮਿਆ ਤੇ ਮੈਂ ਸ਼ਾਇਦ ਬਹੁਤ ਮਹਾਨ ਭਾਗਾਂ ਵਾਲਾ। ਭਗਤਾਂ ਦਾ ਜੀਵਨ ਪੜ੍ਹ ਕੇ ਵੇਖੋ, ਭਗਤ ਰਵਿਦਾਸ ਦੱਸੋ ਜੀ ਕਿਹੜੇ ਮਹਿਲਾਂ 'ਚ ਜੰਮੇ ਸੀ? ਭਗਤ ਧੰਨਾ ਜੀ, ਭਗਤ ਕਬੀਰ ਜੀ, ਭਗਤ ਫਰੀਦ ਜੀ। ਕੋਈ ਇੱਕ ਬੰਦਾ ਦੱਸੇ ਵੀ ਇਹਨਾਂ ਦੇ ਬਹੁਤ ਵੱਡੇ ਰਾਜੇ ਮਹਾਰਾਜਿਆਂ ਦਾ ਤਾਲੁਕਾਤ ਸਨ। ਗਰੀਬੀ 'ਚ ਜੰਮੇ, ਫਿਰ ਕੀ ਹੋ ਗਿਆ? ਗਰੀਬੀ ਤੇ ਪੈਸੇ ਕਰਕੇ ਹੈ। ਅੱਜ ਕਿਸੇ ਗਰੀਬ ਨੂੰ ਲਾਟਰੀ ਨਿਕਲ ਜੇ 2-3 ਕਰੋੜ ਦੀ, ਗਰੀਬ ਫਿਰ ਮੁੱਛ ਤੇ ਮੱਖੀ ਬਹਿਣ ਜਾਂਦਾ ਹੋ ਗਿਆ ਨਾ। ਗੁਰੂ ਸਾਹਿਬ ਦੇ ਸਨਮੁਖੋਂ ਸਾਧੂ ਸ਼ਬਦ ਵਰਤਦੇ। ਮੈਂ ਬੇਨਤੀ ਤਾਂ ਕੀਤੀ ਕਿਉਂਕਿ ਬਾਣੀ ਵਿੱਚ ਇਹ ਸ਼ਬਦ ਬੜੀ ਵਾਰ ਆਉਂਦਾ ਹੈ, ਇਤਿਹਾਸ ਵਿੱਚ ਵੀ ਗਰੀਬੀ। ਤੇ ਸਾਨੂੰ ਲੱਗਦਾ ਵੀ ਕਿਤੇ ਗਰੀਬੀ ਅਮੀਰੀ ਦਾ ਪਾੜਾ, ਵੀ ਜੇ ਗੁਰੂ ਨਾਨਕ ਦਾ ਘਰ ਹੀ ਗਰੀਬੀ ਅਮੀਰੀ ਦੇ ਪਾੜੇ ਨੂੰ ਵਧਾਈ ਜਾਂਦਾ ਤੇ ਫਿਰ ਤੇ ਮਾੜੀ ਗੱਲ ਹੈ। ਗਰੀਬੀ ਜੀਵਨ ਦੀ ਹੈ, ਜੀਵਨ ਵਿੱਚ ਹਲੀਮੀ ਹੋਵੇ, ਨਿਮਰਤਾ ਹੋਵੇ, ਪ੍ਰੇਮ ਹੋਵੇ। ਸਾਧੂ ਆਖਣ ਲੱਗੇ ਬੱਚਿਓ ਐ ਬਾਲਕੋ, ਅਸੀਂ ਆਪਣੇ ਜੀਵਨ ਵਿੱਚ ਗਰੀਬੀ ਧਾਰਨ ਕੀਤੀ ਹੈ। ਗਰੀਬ ਦੇ ਅੰਦਰ ਸ਼ੁਕਰ ਹੈ, ਪਰਮਾਤਮਾ ਦੀ ਵਡਿਆਈ ਹੈ, ਉਹਦੇ ਤੇ ਭਰੋਸਾ ਏ। ਹਿਰਦੇ ਪਰਸੀਦੇ ਸੁਣ ਕਰ ਨਾਮੋ, ਜਿਉ ਕਵ ਉਕਤ ਸੁਣਤ ਮਤ ਧਾਮੋ। ਗੁਰੂ ਸਾਹਿਬ ਨੇ ਜਦੋਂ ਨਾਮ ਸੁਣਿਆ ਤੇ ਬਚਨ ਸੁਣਿਆ ਵੀ ਨਾਮ ਬੜਾ ਪਿਆਰਾ ਗੁਰਮੁਖਾਂ ਦਾ ਹੈ, ਤੇ ਜੀਵਨ ਵਿੱਚ ਗਰੀਬੀ ਰੱਖੀ ਹੋਈ ਹੈ। ਤੇ ਬਾਣੀ ਤੇ ਬਾਰ-ਬਾਰ ਕਹਿੰਦੀ ਹੈ, ਸਤਿਗੁਰਾਂ ਨੇ ਬੜੀ ਵਾਰ ਆਖਿਆ ਗੁਰੂ ਨਾਨਕ ਸਾਹਿਬ, ਮੈਂ ਗਰੀਬ ਢਹਿ ਪਇਓ ਦੁਆਰੇ।
ਰੱਬਾ ਮੈਂ ਤੇ ਗਰੀਬ ਤੇਰੇ ਦਰ ਤੇ ਆਇਆ। ਹੁਣ ਕੀ ਗੁਰੂ ਨਾਨਕ ਸਾਹਿਬ ਗਰੀਬ ਨੇ ਜੇ ਸੰਸਾਰੀ ਤੌਰ ਤੇ ਵੇਖੀਏ? ਜਿਹਦਾ ਪਿਤਾ ਪਟਵਾਰੀ ਹੋਵੇ, ਦੁਨੀਆ ਵਿੱਚ ਨਾਮ ਹੋਵੇ, ਚੰਗੀ ਜ਼ਮੀਨ ਹੋਵੇ, ਕਈ ਪਿੰਡ ਜਿਨ੍ਹਾਂ ਦੇ ਅਧੀਨ ਚੱਲਦੇ, ਹੁਣ ਉਹ ਗਰੀਬ ਨੇ ਜੀ? ਨਹੀਂ, ਉਹ ਗਰੀਬੀ ਦੀ ਗੱਲ ਨਹੀਂ ਮਹਾਰਾਜ ਕਰਦੇ। ਸਤਿਗੁਰ ਅੰਦਰ ਦੀ ਗਰੀਬੀ ਦੀ ਗੱਲ ਕਰਦੇ ਆ। ਜਿੱਦਣ ਤੂੰ ਕਿਸੇ ਦਾ ਦੁੱਖ ਵੇਖ ਸੋਏਗਾ ਨਹੀਂ, ਕਿਸੇ ਨੂੰ ਭੁੱਖਾ ਵੇਖ ਖਾਏਗਾ ਨਹੀਂ, ਕਿਸੇ ਨੂੰ ਪਿਆਸਾ ਵੇਖ ਪਾਣੀ ਪੀਏਗਾ ਨਹੀਂ, ਸੱਚੀ ਤੂੰ ਉਦਣ ਹਿਰਦੇ ਦਾ ਗਰੀਬ ਹੋਏਗਾ। ਆਖੋ ਸਤਿਨਾਮ। ਤੇਰੀ ਇਹ ਗਰੀਬੀ ਰੱਬ ਦੀ ਕਿਰਪਾ ਹੈ, ਪਰਮਾਤਮਾ ਦੀ ਕਿਰਪਾ ਹੈ। ਸਾਧੂਆਂ ਨੇ ਜਦੋਂ ਆਖਿਆ ਨਾ ਅਸੀਂ ਗਰੀਬ ਆ, ਤੇ ਗੁਰੂ ਸਾਹਿਬ ਪਤਾ ਕੀ ਕਹਿੰਦੇ? ਹੱਥ ਜੋੜ ਕੇ ਕਹਿੰਦੇ ਮਹਾਂਪੁਰਖ ਆਹ ਗਰੀਬੀ ਸਾਨੂੰ ਵੀ ਦੇ ਦਿਓ। ਗਰੀਬੀ ਮੰਗਦੇ ਆ ਤੁਹਾਡੇ। ਹੁਣ ਕੰਮ ਕੀ ਆ ਧਰਮ ਦੇ ਵਿੱਚ? ਲੋਕ ਮੰਗਦੇ ਆ ਅਮੀਰੀ। ਫਰਕ ਤੇ ਇੱਥੇ ਪੈ ਗਿਆ ਨਾ। ਗੁਰੂ ਤੇ ਕਹਿੰਦੇ ਸੀ ਨਿੱਤ ਗੁਰੂ ਨਾਨਕ ਦੇ ਦਰ ਤੇ ਖੜ ਕੇ ਗਰੀਬੀ ਮੰਗਿਆ ਕਰ ਪਾਤਸ਼ਾਹ, ਹਿਰਦੇ ਦੀ ਗਰੀਬੀ ਦਿਓ। ਜਿੱਦਣ ਹਿਰਦੇ ਦੀ ਗਰੀਬੀ ਮੰਗੇਗਾ, ਸਬਰ, ਸੰਤੋਖ, ਪ੍ਰੇਮ, ਭਾਵਨਾ, ਨਿਮਰਤਾ, ਸਾਰਾ ਕੁਝ ਹੀ ਆਜੂ ਗੁਲਦਸਤਾ। ਤੇ ਜਦ ਤੂੰ ਕਹਿਣਾ ਮਹਾਰਾਜ ਮੈਨੂੰ ਵੱਡਾ ਬਣਾ ਦਿਓ, ਫਿਰ ਜਦੋਂ ਘਾਟਾ ਪੈਂਦਾ ਫਿਰ ਰੋਂਦਾ ਕਿਉਂ ਆ? ਕਿਉਂਕਿ ਵੱਡਾ ਬਣਨ ਵਾਸਤੇ ਘਾਟੇ ਵਾਧੇ ਝੱਲਣੇ ਪੈਣੇ ਆ। ਚਿੰਤਾ ਝੱਲਣੀ ਪਊ, ਡਿਪਰੈਸ਼ਨ 'ਚ ਜਾਣਾ ਪਊਗਾ, ਲੋਕਾਂ ਤੋਂ ਛਿੱਤਰ ਖਾਣੇ ਪੈਣਗੇ, ਵੱਧ ਘੱਟ ਸੁਣਨਾ ਪੈਣਾ, ਬਦਨਾਮੀ ਕਰਾਉਣੀ ਪੈਣੀ ਹੈ। ਮੰਗਿਆ ਤੇ ਆਹੀ ਸੀ ਗੁਰੂ ਕੋਲ। ਫਿਰ ਤੂੰ ਕਿਵੇਂ ਮੰਗਦਾ ਵੀ ਮਹਾਰਾਜ ਮੇਰਾ ਹੁਣ ਪਾਠ 'ਚ ਮਨ ਨਹੀਂ ਲੱਗਦਾ, ਭਗਤੀ 'ਚ ਮਨ ਨਹੀਂ ਲੱਗਦਾ? ਮੰਗਣਾ ਗਰੀਬੀ ਮੰਗੀ ਹੈ, ਉਹ ਗਰੀਬੀ ਜੋ ਜੀਵਨ ਨੂੰ ਪਾਰਦੀ ਹੈ। ਮੁਝ ਸੋ ਕਹਿਣ ਲੱਗੇ ਤਹਿ ਕਲ, ਤਜਿਓ ਨ ਜਾਏ ਬਣ ਜੇ ਇਹ ਬਾਲਾ। ਭਾਈ ਬਾਲਾ ਜੀ ਆਖਣ ਲੱਗੇ, ਕਹਿੰਦੇ ਸਤਿਗੁਰ ਸੱਚੇ ਪਾਤਸ਼ਾਹ ਜੀ ਮੈਨੂੰ ਕਹਿਣ ਲੱਗੇ, ਕਹਿੰਦੇ ਬਾਲਿਆ ਪਹਿਲਾਂ ਤੇ ਵੇਖ ਮੈਂ ਤੇਰੀਆਂ ਕੀਤੀਆਂ ਸੀ ਮਿਹਨਤਾਂ ਵੀ ਤੂੰ ਮੇਰੇ ਪਿਤਾ ਨੂੰ ਨਾ ਦੱਸੀ 20 ਰੁਪਏ ਮੈਨੂੰ ਦੇ ਦੇ, ਮੈਂ ਸਾਧੂਆਂ ਨੂੰ ਦੇਣੇ ਆ। ਕਹਿੰਦੇ ਹੁਣ ਬੇਸ਼ੱਕ ਭਾਈ ਤੂੰ ਵੀ ਘਰੇ ਚਲਿਆ ਜਾ, ਮੈਨੂੰ ਨਾ ਆਖੀ ਮੈਂ ਇਹ ਸੌਦਾ ਹੁਣ ਛੱਡ ਕੇ ਨਹੀਂ ਜਾਣਾ। ਆਖੋ ਸਤਿਨਾਮ। ਕਰਨਾ ਹੀ ਕਰਨਾ। ਭਾਈ ਬਾਲਾ ਜੀ ਕਹਿੰਦੇ ਇਹ ਬਚਨ ਸੁਣ ਕੇ ਮੇਰੀ ਥੋੜੀ ਜਿਹੀ ਚਿੰਤਾ ਘਟ ਗਈ ਵੀ ਗੁਰੂ ਸਾਹਿਬ ਨੇ ਜ਼ਿੰਮੇਵਾਰੀ ਆਪਣੇ ਆਪ ਤੇ ਲੈ ਲਈ ਨਾ, ਵੀ ਹੁਣ ਮੇਰੀ ਮਰਜ਼ੀ ਹੈ, ਮੈਂ ਸੌਦਾ ਨਹੀਂ ਛੱਡਣਾ। ਉਹ ਪਹਿਲਾਂ ਵੀ ਸਮਝਾ ਕੇ ਹਟੇ ਸੀ ਵੀ ਤੁਹਾਡੇ ਪਿਤਾ ਦੀ ਹੋਰ ਸੌਦੇ ਦੀ ਗੱਲ ਕਰਦੇ ਆ, ਵਣਜ ਵਪਾਰ ਬਾਣੀਆਂ ਵਾਲਾ ਕਰੋ, ਕਿਹੜੇ ਕੰਮੀ ਪੈ ਗਏ ਹੋ? ਕਰਤੀ ਧਨ ਧਰ ਅਗਰ ਮਹੰਤਾ, ਅਸਨ ਕਰਾਵਹੁ ਕਹਿ ਜਗ ਕੰਤਾ। ਭਾਈ ਬਾਲਾ ਜੀ ਕਹਿੰਦੇ ਮੈਂ ਹੱਥ ਜੋੜ ਕੇ ਆਖਿਆ ਮਾਲਕਾ ਜਿਵੇਂ ਤੇਰੀ ਰਜ਼ਾ। ਕਹਿਤਾ ਕਹਿੰਦੇ ਗੁਰੂ ਸਾਹਿਬ ਨੇ ਵੀ ਦੇਰ ਨਾ ਲਾਈ, ਗੁਰੂ ਨਾਨਕ ਮਹਾਰਾਜ ਨੇ ਮਾਇਆ ਗਿਣੀ ਨਹੀਂ, 20 ਦੇ 20 ਕਾਰਖਿਕ ਰੁਪਈਏ ਰਜਤਪਣ ਮਹਾਂਪੁਰਖਾਂ ਦੇ ਚਰਨਾਂ ਵਿੱਚ ਰੱਖ ਕੇ ਬੇਨਤੀ ਕੀਤੀ, ਮਹਾਂਪੁਰਖੋ ਜੇ ਆਪ ਚਾਹੋ, ਜੇ ਚਾਹੋ ਕਿਰਪਾ ਕਰਕੇ ਇਹਦਾ ਭੋਜਨ ਛਕਿਓ ਤੇ ਛਕਾ ਲਿਓ। ਆਖੋ ਸਤਿਨਾਮ। ਬੇਨਤੀ ਕੀਤੀ ਉਹਨਾਂ ਨੇ, ਗਲ ਗੂਠਾ ਵੀ ਦਿੱਤਾ। ਅੱਜ ਧਰਮ ਦੀ ਦੁਨੀਆ ਦੇ ਵਿੱਚ ਇਹ ਪਖੰਡ ਬੜੇ ਵੱਡੇ ਜ਼ੋਰ ਤੇ ਹੈ। ਬਾਬਾ ਜੀ ਮੈਂ ਚੌਰ ਸਾਹਿਬ ਦਿੱਤਾ ਸੀ ਉਹ ਨਹੀਂ ਲਾਉਂਦੇ, ਸਾਡੇ ਵਾਲੀ ਚਾਦਰ ਨਹੀਂ ਵਿਛਾਈ, ਸਾਡੇ ਵਾਲਾ ਪੱਖਾ ਕਿੱਥੇ ਲਾਤਾ, ਕਿਹੜੇ ਕਮਰੇ 'ਚ ਲਾਤਾ? ਮੈਂ ਤੇ ਕਿਹਾ ਸੀ ਸੈਂਟਰ 'ਚ ਲਾਇਓ। ਹਉਮੈ ਖੜੀ ਨਾ ਪਿੱਛੇ ਪਦਾਰਥਾਂ ਦੇ। ਆ ਵੇਖੋ ਗੁਰੂ ਸਾਹਿਬ ਕਿੱਦਾਂ ਕਹਿੰਦੇ ਆ, ਕਹਿੰਦੇ ਮਹਾਂਪੁਰਖ ਆ ਮਾਇਆ ਤੁਹਾਡੇ ਸਨਮੁਖ ਹੈ, ਭੁੱਖ ਲੱਗੀ ਆ ਤੇ ਭੋਜਨ ਛਕ ਲਓ, ਵਸਤਰਾਂ ਦੀ ਲੋੜ ਆ ਤੇ ਵਸਤਰ ਲੈ ਲਿਓ, ਸਾਡੇ ਵੱਲੋਂ ਤਿਲ ਫੁੱਲ ਪ੍ਰਵਾਨ ਕਰੋ। ਹਮਨੇ ਤੁਮਰੀ ਸਭ ਵਿਦ ਜਾਨੀ, ਕਰਤਨਾ ਪ੍ਰਾਰਥਨਾ ਗੁਣ ਹਾਨੀ। ਮਾਇਆ ਰੱਖਣ ਤੋਂ ਬਾਅਦ ਗੁਰੂ ਸਾਹਿਬ ਨੇ ਇਹ ਵੀ ਦੱਸਤਾ ਵੀ ਅਸੀਂ ਅਹਿਸਾਨ ਕਰਨੀ ਤੁਹਾਡੇ ਤੇ ਆਏ। ਕਿੱਡੀ ਵੱਡੀ ਗੱਲ ਹੈ। ਅੱਜ ਕੱਲ ਸੇਵਾ ਦੇ ਨਾਂ ਤੇ ਲੋਕੀ ਅਹਿਸਾਨ ਕਰਦੇ ਆ, ਚਿਤਾਉਂਦੇ ਆ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਆਖਣ ਲੱਗੇ ਮਹਾਂਪੁਰਖੋ ਅਸੀਂ ਜਾਣਿਆ ਤੁਸੀਂ ਕਿਸੇ ਤੋਂ ਮੰਗਦੇ ਨਹੀਂ ਤੇ ਨਾ ਮੰਗਣ ਜਾਂਦੇ ਹੋ, ਤੇ ਜਦੋਂ ਤੁਸੀਂ ਕਿਸੇ ਤੋਂ ਮੰਗਣਾ ਨਹੀਂ, ਕਿਸੇ ਤੋਂ ਮੰਗਣ ਨਹੀਂ ਜਾਣਾ, ਤੇ ਸਾਡਾ ਦੁਨਿਆਵੀ ਲੋਕਾਂ ਦਾ ਫਰਜ਼ ਹੈ ਤੁਹਾਡੇ ਵਰਗੇ ਮਹਾਂਪੁਰਖਾਂ ਦੀ ਸੇਵਾ 'ਚ ਆਈਏ। ਤੁਸੀਂ ਤੇ ਨਹੀਂ ਮੰਗਣਾ ਕਿਸੇ ਤੋਂ, ਤੇ ਆਹ ਮਾਲਕ ਪਰਮਾਤਮਾ ਨੇ ਭੇਜਿਆ, ਇਹਨੂੰ ਸਵੀਕਾਰ ਕਰੋ। ਬਿਨ ਜਾਚੇ ਸਾਦਰ ਜੋ ਦੇ, ਤਾਂ ਕੋ ਰੁਚ ਸੋ ਅਚਨ ਕਰੇ। ਮਹਾਂਪੁਰਖਾਂ ਨੇ ਮਾਇਆ ਵੇਖ ਇਨਕਾਰ ਕੀਤਾ, ਆਖਣ ਲੱਗੇ ਬਾਲਕੋ ਸਾਨੂੰ ਮਾਇਆ ਨਹੀਂ ਚਾਹੀਦੀ। ਤੇ ਗੁਰੂ ਸਾਹਿਬ ਨੇ ਫਿਰ ਗੱਲ ਕੱਟਣ ਲੱਗਿਆ ਇਹ ਬਚਨ ਆਖਿਆ, ਪਿਆਰਿਓ ਤੁਸੀਂ ਮੰਗਦੇ ਕਿਸੇ ਤੋਂ ਨਹੀਂ, ਕੋਈ ਆਪ ਦੇ ਜੇ ਤੇ ਮਨਾ ਨਹੀਂ ਕਰਦੇ। ਆ ਮਾਇਆ ਅਸੀਂ ਆਪਣੀ ਖੁਸ਼ੀ ਨਾਲ ਦੇ ਰਹੇ ਆ ਤੁਹਾਨੂੰ, ਤੁਸੀਂ ਸਾਡੇ ਤੋਂ ਮੰਗਿਆ ਨਹੀਂ, ਅਸੀਂ ਕੋਈ ਅਹਿਸਾਨ ਨਹੀਂ ਕਰਦੇ।
ਕਿਰਪਾ ਕਰੋ ਆਪ ਭੋਜਨ ਛਕੋ ਤੇ ਆ ਜਿਹੜੇ ਫਕੀਰ ਸਾਧੂ ਤਪ ਚ ਬੰਦਗੀ ਚ ਬੈਠੇ ਕਈ ਦਿਨਾਂ ਦੇ ਭੁੱਖੇ, ਇਹਨਾਂ ਨੂੰ ਭੋਜਨ ਛਕਾ ਦਿਓ। ਅਬਹਿ ਪਠਾਏ ਸ੍ਰੀ ਕਰਤਾਰ, ਲੈ ਕਰ ਸੁਖ ਸੋ ਕਰੋ ਆਹਾਰ। ਜਦੋਂ ਸੰਤ ਰੇਣ ਸਾਧੂ ਨੇ ਇਨਕਾਰ ਕੀਤਾ, ਇਹਨੂੰ ਕਹਿੰਦੇ ਰੱਜਿਆ ਹੋਇਆ। ਬੇਸ਼ੱਕ ਮਨ ਕਰਕੇ ਗਰੀਬ ਹੈ, ਪਰ ਬਾਣੀ ਕੀ ਕਹਿੰਦੀ ਹੈ? ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਧਿਨਾ। ਬੇਸ਼ੱਕ ਕਹਿੰਦੇ ਟੁੱਟੀ ਕੁੱਲੀ ਚ ਰਹਿੰਦਾ ਹੈ, ਜੰਗਲਾਂ ਚ ਰਹਿੰਦਾ ਹੈ, ਤਨ ਤੇ ਚੱਜ ਦੇ ਕੱਪੜੇ ਨਹੀਂ, ਜੇ ਅੰਦਰ ਸਬਰ ਤੇ ਸੰਤੋਖ ਹੈ, ਕਿਸੇ ਤੋਂ ਮੰਗਦਾ ਨਹੀਂ ਨਾ। ਬਾਣੀ ਕਹਿੰਦੀ ਉਹ ਨਾਮ ਜਪਣ ਵਾਲਾ ਸ੍ਰਿਸ਼ਟੀ ਦਾ ਰਾਜਾ ਏ। ਸੰਤ ਰੇਣ ਅਸਲ ਵਿੱਚ ਰਾਜੇ ਸੀ। ਤੇ ਗੁਰੂ ਸਾਹਿਬ ਬੇਨਤੀ ਕਰਦੇ ਆ, ਕਹਿੰਦੇ ਪ੍ਰਵਾਨ ਕਰੋ, ਕਹਿੰਦੇ ਨਹੀਂ। ਵੇਖੋ ਜੀਵਨ ਸਾਧਨਾ ਲਗਾ ਵੀ ਨਹੀਂ, ਜਦੋਂ ਕਹਿਤਾ ਵੀ ਨਿਰਵਿਰਤੀ ਪੱਖ ਹੈ, ਪ੍ਰਵਿਰਤੀ ਹੈ ਹੀ ਨਹੀਂ, ਤੇ ਫਿਰ ਕੀ ਮਤਲਬ ਹੈ ਮਾਇਆ ਇਕੱਠੀ ਕਰਨ ਦਾ? ਨਹੀਂ ਛੜੀ ਉਹਨਾਂ ਨੇ। ਮਰਦ ਸੱਚੇ ਪਾਤਸ਼ਾਹ ਕਹਿੰਦੇ ਇਹ ਮਾਇਆ ਨੂੰ ਠੁਕਰਾਓ ਨਾ, ਜਿਸ ਨਿਰੰਕਾਰ ਪਰਮਾਤਮਾ ਨੂੰ ਚੇਤੇ ਕਰਦੇ ਹੋ, ਇਹ ਉਸੇ ਲਈ ਭੇਜੀ। ਆਖੋ ਸਤਿਨਾਮ। ਅਜੇ ਵੀ ਨਹੀਂ ਦੱਸਿਆ ਵੀ ਅਸੀਂ ਉਹੀ ਹਾਂ। ਕਹਿੰਦੇ ਉਸ ਰੱਬ ਨੇ ਆਪਣੇ ਪਿਆਰਿਆਂ ਵਾਸਤੇ ਇਹ ਪਦਾਰਥ ਭੇਜੇ ਨੇ। ਕਹਿ ਮਹੰਤ ਲਗ ਬੈਸ ਕਲੀਨੰ, ਤਬ ਵਿਹਾਰੰ ਜਨਕ ਅਧੀਨੰ। ਤੇ ਗੁਰੂ ਸਾਹਿਬ ਵੱਲ ਮਹਾਂਪੁਰਖਾਂ ਨੇ ਅੱਖ ਭਰ ਕੇ ਵੇਖੀ, ਅੱਖਾਂ ਫਿਰ ਬੰਦ ਕਰ ਲੈਂਦੇ, ਜਿਵੇਂ ਅੱਖਾਂ 'ਚ ਲਾਈਟ ਪੈਂਦੀ ਆ ਨਾ, ਏਦਾਂ ਵੇਖ ਕੇ ਅੱਖਾਂ ਬੰਦ ਕਰ ਲੈਂਦੇ ਆ। ਥੋੜੀ ਦੇਰ ਬਾਅਦ ਆਖਣ ਲੱਗੇ, ਕਹਿੰਦੇ ਪੁੱਤਰ ਉਮਰ ਬਹੁਤ ਛੋਟੀ ਹੈ ਤੇਰੀ, ਸਿਆਣਾ ਬੜਾ ਹੈ, ਸਤਸੰਗ ਦੀ ਬੜੀ ਕਿਰਪਾ ਤੇਰੇ ਤੇ ਹੈ, ਕਿਸੇ ਸਾਧੂ ਦੀ ਕਿਰਪਾ ਹੋ ਸਕਦੀ ਹੈ, ਪਰ ਮੈਂ ਇੱਕ ਗੱਲ ਦੱਸਾਂ, ਜਨਕ ਨਾਮ ਹੁੰਦਾ ਪਿਤਾ ਦਾ, ਬੇਟੇ ਤੂੰ ਅਜੇ ਕਮਾਉਣ ਵਾਲਾ ਨਹੀਂ ਹੈ। ਸਾਧੂ ਦੇਖੋ ਮਿਲ ਜੂਏ ਹੋ ਜਾਂਦੇ ਸਮੇਂ ਲੱਭੂਗਾ ਜੀ ਕਿਤੇ? ਦੇਖੋ ਤੇ ਸਹੀ ਅੱਜ ਚੱਲਦਾ ਕੀ ਆ ਦੁਨੀਆ ਤੇ। ਮੈਂ ਕਹਿੰਦਾ ਰੋਜ਼ ਇੱਕ ਤੋਂ ਇੱਕ ਐਡ ਆਉਂਦੀ ਆ ਟੀਵੀ ਤੇ ਵੀ ਅੱਜ ਗੁਰਪ੍ਰਸਾਦ ਮਚੂਰਨ ਖਾ ਲਓ, ਅੱਜ ਫਲਾਣਾ ਖਾ ਲਓ। ਧਰਮ ਦੇ ਨਾਮ ਤੇ ਲੁੱਟੀ ਜਾਂਦੇ ਆ। ਕੋਈ ਦਾਂਤ ਮੰਜਰੇ ਵੇਚੀ ਜਾਂਦਾ ਧਰਮ ਦੇ ਨਾਮ ਤੇ, ਵੀ ਦੰਤ ਕਾਂਤੀ ਲੈ ਲਓ, ਫਲਾਣਾ ਲੈ ਲਓ। ਇਹ ਕੀ ਚੱਲਦਾ ਹੈ ਕੀ ਹੈ? ਧਰਮ ਦੇ ਨਾਂ ਤੇ ਲੋਕ ਵਪਾਰੀ ਬਣ ਗਏ। ਆਖੋ ਸਤਿਨਾਮ। ਆ ਪੌਣੇ 2 ਅੱਖ ਵਾਲਾ ਬਾਬਾ ਵੀ ਤੇ ਠੱਗੀ ਹੈ। ਪੂਰੀ ਦੁਨੀਆ ਲੁੱਟ ਗਿਆ, ਹਿੰਦੁਸਤਾਨ ਲੁੱਟ ਗਿਆ। ਯੂਰਪ ਵਾਲਿਆਂ ਨੂੰ ਪਤਾ ਲੱਗਿਆ, ਬੰਦ ਕਰ ਗਏ। ਉਹ ਕਹਿੰਦੇ ਨਕਲੀ ਚੀਜ਼ਾਂ ਵੇਚੀ ਜਾਂਦਾ ਹੈ, ਸਿਹਤ ਦਾ ਖਿਲਵਾੜ ਹੈ। ਇਹ ਸਾਧੂਆਂ ਦਾ ਧਰਮ ਸੀ? ਨਹੀਂ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਨਮੁਖ ਮਹਾਂਪੁਰਖ ਆਖਦੇ, ਪੁੱਤਰ ਇਹ ਕਮਾਈ ਤੇਰੀ ਨਹੀਂ ਹੈ, ਤੇਰੇ ਪਿਤਾ ਦੀ ਹੈ। ਇੰਨੀ ਛੋਟੀ ਉਮਰ ਵਿੱਚ ਕਦੇ ਕੋਈ ਕਮਾਉਂਦਾ ਹੁੰਦਾ ਨਹੀਂ। ਪਠਿਓ ਕਾਜ ਜਿਹੇ ਤੋਹੇ ਵਿਚਾਰੀ, ਜਾਹੋ ਸ਼ੂਸ਼ ਤੋ ਦੇਹ ਨਿਕਾਰੀ। ਰੱਜੀ ਰੂਹ ਦੀਆਂ ਗੱਲਾਂ। ਅਗਲਾ ਵਚਨ ਸਾਧੂ ਸੰਤ ਰੇਣ ਆਖਣ ਲੱਗੇ, ਪੁੱਤਰ ਮੈਨੂੰ ਲੱਗਦਾ, ਮੇਰਾ ਮਨ ਕਹਿੰਦਾ ਵੀ ਤੇਰੇ ਪਿਤਾ ਨੇ ਤੈਨੂੰ ਇਹ ਪੈਸੇ ਦੇ ਕੇ ਕਿਸੇ ਕੰਮ ਕਾਰ ਭੇਜਿਆ ਹੋਇਆ, ਤੇ ਉਹ ਮੇਰਾ ਸਾਧ ਗੁਣਾ ਥੋੜੀ ਹੈ। ਤੂੰ ਚੱਲਿਆ ਕਿਰਤ ਕਰਨ ਵਾਸਤੇ ਤੇ ਤੈਨੂੰ ਮੈਂ ਲੁੱਟ ਲਾਂ। ਪਾਪ ਹੈ ਇਹ, ਤੇਰੀ ਕਿਰਤ ਹੈ, ਤੇਰੇ ਪਿਤਾ ਦੀ ਕਿਰਤ ਹੈ। ਜਿੱਥੇ ਲਾਉਣੀ ਹੈ ਕਿਰਤੀ ਤੇ ਰੱਬ ਹੈ। ਕਿੱਥੇ ਜਾ ਰਹੀ ਹੈ ਗੱਲ? ਗੁਰੂ ਸਾਹਿਬ ਦਾ ਪਹਿਲਾ ਉਪਦੇਸ਼ ਕੀ ਹੈ ਜੀ? ਕਿਰਤ ਕਰੋ। ਪਹਿਲਾ ਕਿਰਤ ਆ, ਦੂਜਾ ਨਾਮ ਜਪੋ। ਕਹਿੰਦੇ ਜਦੋਂ ਕਿਰਤ ਕੀਤੀ ਮਾਇਆ ਇਕੱਠੀ ਹੋ ਗਈ, ਬੰਦਗੀ ਵੀ ਕੀਤੀ, ਉਹ ਮਾਇਆ ਸੰਭਾਲਣੀ ਨਹੀਂ, ਕਹਿੰਦੇ ਵੰਡ ਕੇ ਛਕੋ। ਇਹ ਉਪਦੇਸ਼ ਸੀ ਮਹਾਰਾਜ। ਅੱਜ ਪੁੱਠਾ ਹੋ ਰਿਹਾ, ਪੁੱਠੇ ਪਾਸੇ ਚੱਲਿਆ ਜਾ ਰਿਹਾ। ਕਹਿੰਦੇ ਫਕੀਰ ਸਾਧੂ ਨੇ ਆਖਿਆ ਵੀ ਤੁਸੀਂ ਕਿਰਤ ਆਪ ਨਹੀਂ ਕਰਦੇ, ਕਿਰਤ ਕਰਨ ਚੱਲੇ ਹੋ। ਪਿਤਾ ਨੇ ਤੁਹਾਨੂੰ ਮਾਇਆ ਦਿੱਤੀ ਹੈ, ਤੇ ਫਿਰ ਜੇ ਜਿਸ ਕੰਮ ਲਈ, ਜਿਸ ਪ੍ਰਯੋਜਨ ਲਈ ਚੱਲੇ ਹੋ, ਉਹ ਤੁਹਾਡਾ ਧਰਮ ਹੈ। ਤੁਹਾਡਾ ਧਰਮ ਤੁਹਾਡੀ ਕਿਰਤ ਹੈ। ਜਿਹੜਾ ਕੰਮ ਅਸੀਂ ਕਰਦੇ ਹਾਂ ਉਹ ਸਾਡੀ ਜ਼ਿੰਦਗੀ ਦਾ ਸਾਡਾ ਧਰਮ ਹੈ, ਕਿਉਂਕਿ ਅਸੀਂ ਆਪਣੇ ਕਰਮ ਦੇ ਵਿੱਚ ਝੂਠ ਨਹੀਂ ਬੋਲਣਾ, ਆਪਣੇ ਕਰਮ ਦੇ ਵਿੱਚ ਠੱਗੀ ਠੋਰੀ ਨਹੀਂ ਕਰਨੀ। ਤੇ ਜਦੋਂ ਉਹ ਕਿਰਤ ਸੱਚੀ ਸੁੱਚੀ ਹੋਏਗੀ ਨਾ, ਉਹਦਾ ਕੱਢਿਆ ਹੋਇਆ ਦਸਵੰਧ ਵੀ ਪਰਮਾਤਮਾ ਦੀ ਰਹਿਮਤ ਹੋਏਗੀ। ਆਖੋ ਸਤਿਨਾਮ। ਕਿਰਤ ਉੱਚੀ ਤੇ ਸੁੱਚੀ ਚਾਹੀਦੀ ਹੈ। ਜੇ ਸਿੱਖ ਦੀ ਕਿਰਤ ਸੱਚੀ ਨਹੀਂ ਤੇ ਕਿਰਤ ਸੁੱਚੀ ਨਹੀਂ, ਜਿੰਨਾ ਮਰਜ਼ੀ ਪਾਠ ਕਰੇ, ਜੋ ਮਰਜ਼ੀ ਕਰੀ ਜਾਏ ਜੀ, ਕੋਈ ਨਹੀਂ, ਸਿਰਫ ਫਾਰਮੈਲਿਟੀ ਹੈ। ਮਾਫ ਕਰਿਓ, ਕੌੜਾ ਸੱਚ ਹੈ। ਗੁਰਬਾਣੀ ਪੜ੍ਹਿਆ ਤੋਂ ਇਹਨਾਂ ਚੀਜ਼ਾਂ ਦੀ ਸਮਝ ਆਉਣੀ ਹੈ, ਪਰ ਅੱਜ ਸਾਨੂੰ ਸਿਰਫ ਉਹ ਦਿਖਾਇਆ ਜਾਂਦਾ ਹੈ ਵੀ ਇਹੋ ਜਿਹੀਆਂ ਗੱਲਾਂ ਕਰੋ, ਆਹ ਕਰ ਲਓ, ਆਹ ਕਰ ਲਓ। ਲੋਕੀ ਖੁਸ਼ ਹੋ ਜਾਂਦੇ ਆ ਸੁਣ ਕੇ ਵੀ ਭਾਈ ਸਾਹਿਬ ਤੁਹਾਡੇ ਤੇ ਬੜੀ ਕਿਰਪਾ ਜੀ, ਇਹੀ ਸੁਣਨ ਵਾਸਤੇ ਲੋਕੀ ਕਰਦੇ ਆ। ਪਰ ਨਹੀਂ, ਸੱਚ ਕੀ ਹੈ ਉਹ ਦੱਸਿਆ ਜਾ ਰਿਹਾ ਹੈ। ਸਾਧੂ ਨੇ ਸਪਸ਼ਟ ਆਖਿਆ, ਪੁੱਤਰ ਅਸੀਂ ਇਹ ਮਾਇਆ ਕਬੂਲ ਨਹੀਂ ਕਰਾਂਗੇ,
ਤੁਹਾਡੇ ਪਿਤਾ ਦੀ ਮਾਇਆ ਹੈ, ਇਹ ਪੂੰਜੀ ਤੁਹਾਨੂੰ ਉਹਨਾਂ ਨੇ ਦਿੱਤੀ ਹੋਈ ਹੈ। ਤੇ ਪਿਤਾ ਦਾ ਮਨ ਕਿੰਨਾ ਖੁਸ਼ ਹੋਊਗਾ ਜਦ ਪੁੱਤ ਕਮਾ ਕੇ ਦੁੱਗਣੇ ਕਰਕੇ ਲੈ ਕੇ ਆਓ। ਕਿਸੇ ਦਾ ਹੱਕ ਨਹੀਂ ਖੋ ਰਹੇ। ਹੱਕ ਕਿਹਦਾ ਹੈ? ਗੁਰੂ ਨਾਨਕ ਦਾ। ਦਿੱਤਾ ਕਿਹਨੇ? ਪਿਤਾ ਜੀ ਨੇ। ਤੇ ਜੇ ਸਾਧੂਆਂ ਨੇ ਹੱਕ ਖੋ ਲਿਆ ਤੇ ਫਿਰ ਸਾਧੂ ਗਾਰੇ ਹੋਏ, ਆਖੋ ਸਤਿਨਾਮ। ਫਿਰ ਤੇ ਚੋਰ ਹੋਏ, ਫਿਰ ਤੇ ਠੱਗ ਹੋਏ ਨਾ, ਵੀ ਮਿਹਨਤ ਕਿਸੇ ਦੀ ਥੱਕ ਹਾਰ ਕੇ ਕੋਈ ਆ ਤੇ ਮੌਜਾਂ ਕੋਈ ਲੁੱਟਦਾ ਫਿਰਦਾ। ਨਹੀਂ, ਆ ਜੀਵਨ ਹੈ ਮਹਾਂਪੁਰਖਾਂ ਦਾ। ਇਹ ਪਹਿਲੀ ਭੇਟ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਐਸੇ ਤਿਆਗੀ ਸਾਧੂਆਂ ਦੀ, ਜਿਨ੍ਹਾਂ ਨੂੰ ਬਾਨਪ੍ਰਸਤ ਕਹਿੰਦੇ ਆ। ਗੁਰੂ ਸਾਹਿਬ ਦੇ ਸਨਮੁਖ ਉਹਨਾਂ ਇਨਕਾਰ ਕੀਤਾ ਕਿ ਨਹੀਂ, ਅਸੀਂ ਨਹੀਂ ਲੈ ਸਕਦੇ। ਇਹ ਕਿਰਤ ਕਰਨ ਵਾਸਤੇ ਤੁਹਾਡੇ ਜਨਕ ਨੇ, ਤੁਹਾਡੇ ਪਿਤਾ ਨੇ ਮਾਇਆ ਦਿੱਤੀ ਹੈ। ਪੁੱਤਰ ਆਪਣੀ ਮਾਇਆ ਚੱਕੋ, ਆਪਣੀ ਕਿਰਤ ਕਰੋ। ਸੁਣੋ ਸੰਤ ਮੈਂ ਪਿਤਾ ਨਦੇਸ਼ਾ, ਜੋ ਕੀਨੋ ਜਿਸ ਲਾਭ ਵਸ਼ਿਸ਼ਾ। ਜਿਸ ਵੇਲੇ ਗੁਰੂ ਸਾਹਿਬ ਨੂੰ ਜਵਾਬ ਮਿਲ ਗਿਆ, ਕਦੇ ਸੁਣੀਆਂ ਗੱਲਾਂ ਜੀ? ਤੁਸੀਂ ਪ੍ਰਸੰਗ ਸੁਣੇ ਹੋਣੇ, ਪੜ੍ਹੇ ਵੀ ਹੋਣੇ, ਜਨਮ ਸਾਖੀਆਂ, ਕਦੇ ਏਦਾਂ ਸੁਣਿਆ ਵੀ ਮਹਾਰਾਜ ਨੂੰ ਜਵਾਬ ਦਿੱਤਾ ਉਹਨੇ ਵੀ ਅਸੀਂ ਨਹੀਂ ਮਾਇਆ ਲੈਣੀ। ਗੁਰੂ ਨਾਨਕ ਸਾਹਿਬ ਨੂੰ ਆਖਣ ਲੱਗੇ, ਪੁੱਤਰ ਮਾਇਆ ਲੈ ਜਾਓ, ਆਪਣੀ ਕਿਰਤ ਕਰੋ ਜਾ ਕੇ। ਤੇ ਗੁਰੂ ਸਾਹਿਬ ਨਾਲ ਥੋੜੇ ਖਾਮੋਸ਼ ਹੋਏ, ਹੱਥ ਜੋੜ ਕੇ ਪਤਾ ਕੀ ਕਹਿੰਦੇ? ਮਹਾਂਪੁਰਖੋ, ਅਸੀਂ ਆਪਣੇ ਪਿਤਾ ਦਾ ਹੀ ਤੇ ਕਿਹਾ ਹੋਇਆ ਬਚਨ ਕਮਾ ਰਹੇ ਹਾਂ, ਆਖੋ ਸਤਿਨਾਮ। ਸਾਨੂੰ ਸਾਡੇ ਪਿਤਾ ਨੇ ਖਰਾ ਸੌਦਾ ਕਰਨ ਭੇਜਿਆ, ਸੱਚਾ ਪਿਓਰ, ਤੇ ਅਸੀਂ ਖਰਾ ਹੀ ਸੌਦਾ ਕਰ ਰਹੇ। ਸੰਤੈ ਬਣ ਗਿਆ ਰਾਮ ਗੋਬਿੰਦ ਦਾ ਐਸੀ ਕੀਮਤ, ਇਹ ਤੇ ਖਰਾ ਸੌਦਾ ਹੈ। ਸਾਨੂੰ ਸਾਡੇ ਪਿਤਾ ਨੇ ਕਿਹਾ, ਪੁੱਤ ਜਿਹੜਾ ਸੌਦਾ ਚੰਗਾ ਲੱਗੇ, ਜਿਹਦੇ ਵਿੱਚ ਤੈਨੂੰ ਮੁਨਾਫਾ ਲੱਗੇ, ਉਹ ਕਰਕੇ ਆਵੀਂ। ਮੁਝ ਸੋ ਕਹਿਓ ਬਣ ਸੋ ਕਰਿਓ, ਜਾਂ ਤੇ ਅਨੰਤ ਨਾ ਭਲੋ ਵਿਚਰਿਓ। ਐ ਰੱਬ ਦੇ ਪਿਆਰਿਓ, ਮਨਾਹੀ ਨਾ ਕਰੋ, ਕਬੂਲ ਕਰ ਲੋ ਮਾਇਆ। ਸਾਡੇ ਪਿਤਾ ਨੇ ਸਾਨੂੰ ਜਿਹੜਾ ਵਣਜ ਵਪਾਰ ਕਰਨ ਵਾਸਤੇ ਭੇਜਿਆ, ਸਾਨੂੰ ਲੱਭ ਗਿਆ। ਐਵੇਂ ਨਹੀਂ ਗੁਰੂ ਸਾਹਿਬ ਨੇ ਬਚਨ ਆਖੇ, ਬਾਣੀ ਪੜਾਂਗੇ ਬਚਨ ਮਿਲਣਗੇ, ਵਪਾਰੀ ਸੱਚ ਵਪਾਰ ਕਰੋ। ਮਰਦ ਕਹਿੰਦੇ ਉਹ ਵਪਾਰੀ ਆ, ਸੱਚ ਦਾ ਵਪਾਰ ਕਰ। ਹੁਣ ਇਹ ਬਾਹਰ ਦੇ ਵਪਾਰਾਂ ਦਾ ਜ਼ਿਕਰ ਥੋੜੀ ਹੈ ਵੀ ਸੱਚ ਬੋਲ ਕੇ ਦੁਕਾਨਦਾਰੀ ਚਲਾਉਣੀ, ਉਹ ਤੇ ਦੁਨੀਆ ਦੀਆਂ ਗੱਲਾਂ। ਇਹ ਅੰਦਰ ਦੀ ਗੱਲ ਕਰ ਰਹੇ ਆ ਮਰਦ। ਕਹਿੰਦੇ ਸੱਚ ਕੀ ਹੈ? ਆਪਣੇ ਜੀਵਨ ਦੇ ਸਵਾਸ ਪਰਮਾਤਮਾ ਪ੍ਰਤੀ ਲਾ ਤੇ ਸ਼ੁਭ ਗੁਣਾਂ ਨੂੰ ਖਰੀਦ ਤੇ ਸ਼ੁਭ ਗੁਣ ਵੰਡ। ਖਰੀਦ ਕੇ ਇਹ ਤੇਰਾ ਵਪਾਰ ਹੈ, ਇਹ ਸੱਚ ਦਾ ਵਪਾਰ ਹੈ, ਰੱਬ ਦੀ ਭਗਤੀ। ਗੁਰੂ ਸਾਹਿਬ ਆਖਣ ਲੱਗੇ, ਮਹਾਂਪੁਰਖੋ ਸਾਡੀ ਬੇਨਤੀ ਹੈ, ਹੱਥ ਜੋੜਦੇ ਆ, ਪਿਤਾ ਜੀ ਦਾ ਕਿਹਾ ਹੋਇਆ ਹੁਕਮ ਅਸੀਂ ਮੰਨਣ ਵਾਸਤੇ ਆਏ ਆ। ਹੱਠ ਨਾ ਕਰੋ, ਤੁਸੀਂ ਜਿੱਦ ਨਾ ਕਰੋ। ਸਾਡੇ ਪਿਤਾ ਨੇ ਕਿਹਾ ਵਪਾਰ ਕਰੋ, ਕਰ ਰਹੇ ਹਾਂ। ਜਦੋਂ ਗੁਰੂ ਸਾਹਿਬ ਨੇ ਹੱਥ ਜੋੜੇ ਨਾ ਜੀ, ਸਾਧੂ ਚੁੱਪ ਹੋ ਗਏ। ਲੱਭ ਕੇ ਵਿਖਾਓ ਕੋਈ ਐਸਾ ਸਾਧੂ, ਅੱਜ ਆਖੋ ਸਤਿਨਾਮ। ਬਿਰਲੇ ਮਿਲਣਗੇ, ਗਿਣਤੀ ਦੇ ਮਿਲਣਗੇ। ਜ਼ਿਆਦਾਤਰ ਗੁਰੂ ਸਾਹਿਬ ਬਾਣੀ ਵਿੱਚ ਲਿਖਦੇ ਆ, ਓਏ ਹਰ ਕੇ ਸੰਤ ਨਾ ਆਖੀਏ ਬਨਾਰਸ ਕੀ ਠੱਗ। ਠੱਗਾਂ ਦੇ ਟੋਲੇ ਤੁਰੇ ਫਿਰਦੇ। ਅੱਜ ਚੱਲ ਜਾਓ ਬਨਾਰਸ, ਕੀ ਮਿਲੂਗਾ ਉੱਥੇ? ਜਾ ਕੇ ਵੇਖੋ ਹੋਵੇ ਦੀ ਧਰਤੀ ਤੇ, ਜਾਂ ਹੋਰ ਕਈ ਸਥਾਨ ਐਸੇ, ਹਰਿਦੁਆਰ ਚਲੇ ਜਾਓ, ਕੀ ਚੱਲ ਰਿਹਾ ਧਰਮ ਦੇ ਨਾਲ, ਕੀ ਕੁਝ ਹੋ ਰਿਹਾ। ਆਹ ਹਾਲਾਤਾਂ ਨੂੰ ਵੇਖ ਕੇ ਬੰਦਾ ਸੋਚਦਾ ਹੈ ਵੀ ਯਾਰ ਧਰਮ ਐਡੀ ਵੱਡੀ ਚੀਜ਼ ਹੈ। ਧਰਮ ਹੈ ਤੇ ਵੱਡਾ ਸੀ, ਪਰ ਇੱਥੇ ਧਰਮ ਦੇ ਬੈਰੀਕੇਡ ਕੋਈ ਪੰਡਤ ਲਾਈ ਬੈਠਾ ਹੈ। ਧਰਮ ਦਾ ਬੈਰੀਕੇਡ ਕੋਈ ਮੁੱਲਾ ਕਾਜੀ ਲਾਈ ਬੈਠਾ, ਕੋਈ ਮੇਰੇ ਵਰਗਾ ਲਾਈ ਬੈਠਾ ਹੈ ਵੀ ਜੇ ਮੈਨੂੰ ਖੁਸ਼ ਕਰੇਗਾ ਰੱਬ ਤਾਂ ਮਿਲੂਗਾ। ਖੁਸ਼ਾ ਦਾ ਨਾਮ ਗਰੋਥ ਰੁਕ ਗਈ ਨਾ ਹੁਣ ਧਰਮ ਦੀ, ਬੰਦਾ ਉੱਥੇ ਰੁਕਿਆ ਹੋਇਆ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਿਨ੍ਹਾਂ ਸਾਧੂਆਂ ਦੇ ਕੋਲੇ ਬੈਠੇ ਆ, ਉਹਨਾਂ ਨੇ ਮਾਇਆ ਨੂੰ ਹੱਥ ਨਹੀਂ ਲਾਇਆ। ਆਖਣ ਲੱਗੇ, ਪੁੱਤਰ ਮਾਇਆ ਚੁੱਕੋ ਆਪਣੀ, ਸਾਨੂੰ ਮਾਫ ਕਰਿਓ, ਅਸੀਂ ਨਹੀਂ ਕਬੂਲ ਸਕਦੇ। ਕਿਉਂਕਿ ਇਸ ਮਾਇਆ ਦੇ ਨਾਲ ਬਿਰਤੀ ਕੋਈ ਹੋਰ ਜੁੜੀ ਹੈ। ਤੁਸੀਂ ਜੋ ਦੇ ਰਹੇ ਹੋ ਨਾ, ਪੈਸੇ ਦਾ ਰੌਲਾ ਨਹੀਂ ਹੈ। ਜੇ ਨੋਟਾਂ ਦੀ ਗੱਲ ਕਰੀਏ, ਨੋਟ ਤੇ ਆਹੀ ਨੇ, ਇਹੀ ਠੇਕੇ ਤੇ ਜਾਂਦੇ ਆ। ਆਹੀ ਗੁਰਦੁਆਰਾ ਮੰਦਰ ਮਸਜਿਦ ਦੀ ਗੋਲਕ ਚਾਉਂਦੇ ਆ, ਆਹੀ ਇੱਕ ਕਸਾਈ ਦੀ ਦੁਕਾਨ ਤੇ ਜਾਂਦੇ ਆ, ਆਹੀ ਵਿਆਹਾਂ ਦੇ ਸਿਰਾਂ ਤੋਂ ਘੁੰਮ ਰਹੇ ਆ। ਜੇ ਨੋਟ ਚੈੱਕ ਕਰਕੇ ਵੇਖਿਓ ਤੇ ਵਾਇਰਸ ਨਾਲ ਭਰਿਆ ਹੋਇਆ, ਫਿਰ ਪੁੰਨ ਪਾਪ ਕਿਵੇਂ? ਨਹੀਂ, ਮਾਇਆ ਦੇ ਨਾਲ ਜਿਹੜੀ ਤੁਹਾਡੀ ਬਿਰਤੀ ਹੈ, ਲਾਭ ਉਹਦਾ ਹੋਣਾ। ਦਾਨ ਕਰ ਰਹੇ ਹੋ, ਪਾਪ ਕਰ ਰਹੇ ਹੋ। ਜੋ ਤੁਹਾਡੇ ਮਨ ਨੇ ਉਸ ਵੇਲੇ ਸੋਚਿਆ ਨਾ, ਹੁਣ ਕਈ ਵਾਰ ਹੁੰਦਾ ਕੋਈ ਕਹਿੰਦਾ ਮੇਰੇ ਵੱਲੋਂ ਆ ਸੇਵਾ ਪਾ ਦਿਓ, ਚੱਕ 10,000 ਰੁਪਏ ਮੇਰੇ ਵੱਲੋਂ, ਬੇਸ਼ੱਕ ਉਹ ਬਾਅਦ ਵਿੱਚੋਂ ਦਏ, ਤੁਸੀਂ ਤੇ ਮਾਇਆ ਆਪਣੀ ਜੇਬ ਚੋਂ ਦੇਤੀ ਨਾ।
ਕੋਈ ਹਜੂਰ ਸਾਹਿਬ ਚੱਲੇ ਆ, ਭਾਈ ਸਾਹਿਬ ਸਾਡੇ ਵੱਲੋਂ 500 ਮੱਥਾ ਟੇਕ ਦਿਓ, ਕੜਾਹ ਪ੍ਰਸ਼ਾਦ ਕਰਾ ਦਿਓ, ਮਾਇਆ ਦਿੱਤੀ ਨਹੀਂ, ਪਰ ਉਹਦਾ ਜਿਹੜਾ ਉਹ ਸੰਕਲਪ ਸੀ, ਤੁਸੀਂ ਆਪਣੀ ਮਾਇਆ ਨਾਲ ਮੱਥਾ ਟੇਕਿਆ, ਉਹਦੇ ਸੰਕਲਪ ਦੀ ਨਮਸਕਾਰ ਹੋਵੇ, ਉਹ ਲਿਖੀ ਜਾਣੀ ਹੈ। ਭਾਵੇਂ ਉਹ ਮਾਇਆ ਦਵੇ ਨਾ ਦਵੇ, ਉਹ ਬਾਅਦ ਦੀਆਂ ਗੱਲਾਂ ਨੇ। ਮਾਇਆ ਤੇ ਕਾਗਜ਼ ਨੇ, ਇਹ ਤੇ ਨੋਟ ਨੇ ਦੁਨੀਆ ਦੇ, ਤੇ ਸਰਕਾਰਾਂ ਵੀ ਇਹਨਾਂ ਦੀ ਕਿਸਮਤ ਬਦਲਦੀਆਂ ਨੇ, ਇਹਦਾ ਜ਼ਿਕਰ ਥੋੜ੍ਹੀ ਹੈ। ਮਾਇਆ ਨਾਮ ਉਸ ਖਿਆਲ ਦਾ ਹੈ, ਉਸ ਭਰਮ ਦਾ ਹੈ, ਜਿਹੜਾ ਇਸ ਮਨ ਨੂੰ ਲੱਗ ਜਾਏ ਤੇ ਖਹਿੜਾ ਹੀ ਨਹੀਂ ਛੱਡਦਾ, ਤੇ ਮਨ ਨੂੰ ਲੱਗਿਆ ਹੋਇਆ ਭਰਮ ਤੇ ਖਿਆਲ ਪ੍ਰਗਾਹ ਤੱਕ ਜਾਂਦਾ, ਚੰਗਾ ਹੋਵੇ ਮਾੜਾ ਹੋਵੇ। ਗੁਰੂ ਸਾਹਿਬ ਦੇ ਸਨਮੁਖ ਸਪਸ਼ਟ ਸਾਧੂਆਂ ਨੇ ਕਹਿਤਾ, ਬੇਟਾ ਆਪਣੀ ਮਾਇਆ ਲੈ ਜਾਓ ਕਿਸੇ ਮੰਡੀ ਚ ਵਪਾਰ ਕਰੋ, ਸਾਨੂੰ ਬਖਸ਼ੋ, ਮਾਫੀ ਚਾਹੁੰਦੇ ਆ, ਅਸੀਂ ਤੁਹਾਡਾ ਵਚਨ ਕਬੂਲ ਕਰ ਨਹੀਂ ਸਕਦੇ। ਬਾਣੀ ਸੁਣੀ ਸੋ ਧੀਰ ਮਹੰਤਾ, ਕਹਿਓ ਜੀਤਾ ਬਿਓਰ ਏਡ ਮੰਤਾ। ਸਤਿਗੁਰਾਂ ਨੇ ਦੋਨੇ ਹੱਥ ਜੋੜ ਕੇ ਫੇਰ ਆਖਿਆ, ਕਹਿੰਦੇ ਮਹਾਂਪੁਰਖੋ ਇੱਕ ਵਾਰ ਸੋਚੋ, ਅਸੀਂ ਉਹੀ ਕਰ ਰਹੇ ਹਾਂ ਜੋ ਸਾਡੇ ਪਿਤਾ ਨੇ ਕਿਹਾ, ਪਿਤਾ ਜੀ ਤੋਂ ਉਲਟ ਨਹੀਂ ਜਾ ਰਹੇ, ਨਹੀਂ ਜਾ ਰਹੇ। ਜਦੋਂ ਬਾਰ-ਬਾਰ ਗੁਰੂ ਸਾਹਿਬ ਨੇ ਬੇਨਤੀ ਕੀਤੀ ਤੇ ਸਾਧੂ ਪਤਾ ਕੀ ਕਹਿੰਦੇ, ਕਹਿੰਦੇ ਪੁੱਤਰੋ ਮਾਇਆ ਨੂੰ ਤੇ ਨਹੀਂ ਅਸੀਂ ਹੱਥ ਲਾਉਣਾ, ਐਦਾਂ ਕਰੋ ਫਿਰ ਆ ਲੈ ਜਾਓ ਮਾਇਆ, ਆਪਣੀ ਮਰਜ਼ੀ ਨਾਲ ਲੰਗਰ ਪਾਣੀ ਲਿਆ ਦਿਓ। ਆਖੋ ਸਤਿਨਾਮ। ਅਸੀਂ ਕਿਉਂ ਲੈਣੀ ਮਾਇਆ? ਲੈ ਕੇ ਜਾਵਾਂਗੇ ਬਾਜ਼ਾਰ 'ਚ, ਸਾਧੂ ਜਾਊਗਾ, 5-4 ਰੁਪਏ ਬਚ ਜਾਣਗੇ, ਤਮਾ ਲੱਗ ਜਾਣੀ ਹੈ ਵੀ ਚੱਲ ਜੇ 5 ਹੋਰ ਇਕੱਠੇ ਹੋ ਜਾਣ, 10 ਹੋਰ ਹੋ ਜਾਣ, ਭਗਤੀ ਹੋਊ, ਬੰਦਗੀ ਹੋਊ। ਇਹ ਗ੍ਰਸਤੀਆਂ ਦਾ ਉਪਦੇਸ਼ ਨਹੀਂ ਹੈ, ਸਾਧੂਆਂ ਦਾ ਉਪਦੇਸ਼ ਚੱਲ ਰਿਹਾ। ਗ੍ਰਸਤੀ ਬੰਦੇ ਨੂੰ ਮਾਇਆ ਦੀ ਜ਼ਰੂਰਤ ਹੈ, ਲੋੜ ਹੈ, ਪਦਾਰਥਾਂ ਕਰਕੇ ਮਾਇਆ ਕਰਕੇ ਹੀ ਘਰ ਪਰਿਵਾਰ ਚੱਲਦੇ ਆ, ਪਰ ਹਾਂ ਮਾਇਆ ਸਿਰ ਦਾ ਨਿਸ਼ਾਨਾ ਬਣੇ, ਪਦਾਰਥ ਸਿਰ ਦਰਦ ਨਾ ਬਣ, ਸਿਰਫ ਜ਼ਿੰਦਗੀ ਜਿਉਣ ਵਾਸਤੇ ਚੰਗੇ ਨੇ। ਗੁਰੂ ਸਾਹਿਬ ਨੂੰ ਨਾ ਬੇਨਤੀ ਕਰਤੀ ਹੱਥ ਜੋੜ ਕੇ ਸੰਤ ਰੇਲ ਜੀ, ਕਹਿੰਦੇ ਬਾਲਕੋ ਵੇਖੋ ਅਸੀਂ ਕਿੱਥੇ ਜਾਵਾਂਗੇ, ਮੰਡੀਆਂ 'ਚ ਘੁੰਮਦੇ ਫਿਰਾਂਗੇ, ਬਿਰਤੀ ਬਦਲ ਜੂਗੀ ਨਾ, ਰੱਬ ਤੋਂ ਟੁੱਟ ਜੂਗੀ, ਉਹ ਪਲ ਅਸੀਂ ਨਾਮ ਜਪਣਾ ਹੈ। ਜੇ ਤੁਸੀਂ ਕਿਰਪਾ ਕਰੋ, ਚਾਹੁੰਦੇ ਇਹੀ ਕੁਛ ਕਰਨਾ, ਤੇ ਸਾਨੂੰ ਜਿੰਨੀ ਕੁ ਸਰਦੀ ਬਣਦੀ ਰਸਤ ਲਿਆ ਦਿਓ, ਬਾਕੀ ਮਾਇਆ ਆਪ ਰੱਖ ਲਓ। ਲੈ ਜਾਵੋ ਧਨ ਨਿਜ ਕਹਿ ਨਗਰੀ, ਭੋਜਨ ਸੋਜ ਆਣ ਦੇਹੁ ਸਗਰੀ। ਗੁਰੂ ਸਾਹਿਬ ਨੇ ਸੋਚਿਆ ਵੀ ਚਲੋ ਜੇ ਮਹਾਂਪੁਰਖ ਨਹੀਂ ਜਾ ਸਕਦੇ, ਅਸੀਂ ਲੈ ਆਉਨੇ ਆ, ਸਾਨੂੰ ਕੀ ਫਰਕ ਹੈ, ਸੇਵਾ ਤੇ ਸੇਵਾ ਹੈ। ਹੱਥ ਜੋੜ ਕੇ ਮਹਾਰਾਜ ਪੁੱਛਦੇ ਆ, ਸਤਿਪੁਰਸ਼ੋ ਕਿਸ ਇਲਾਕੇ 'ਚ ਜਾਈਏ? ਉਹ ਕਹਿੰਦੇ ਜਿਹੜੇ ਮਰਜ਼ੀ ਨਗਰ ਚਲੇ ਜਾਓ, ਜਿਹੜੀ ਮਰਜ਼ੀ ਮੰਡੀ ਚਲੇ ਜਾਓ ਬੱਚਿਓ, ਜਿੱਥੇ ਤੁਹਾਨੂੰ ਠੀਕ ਲੱਗਦਾ ਹੈ, ਜਿੰਨਾ ਕਰਸਤ ਸਮੱਗਰੀ ਬਸਤਰ ਜੋ ਤੁਹਾਡਾ ਮਨ ਕਰਦਾ ਉਹ ਲੈ ਆਓ। ਉਹਨਾਂ ਨੇ ਕੋਈ ਡਿਜ਼ਾਇਰ ਨਹੀਂ ਆਪਣੀ ਦੱਸੀ, ਮੈਨੂੰ ਕੱਪੜੇ ਚਾਹੀਦੇ ਆ ਵੀ ਅਸੀਂ ਨੰਗੇ ਬੈਠੇ ਕਈ ਦਿਨਾਂ ਤੋਂ, ਜਾਂ ਸਾਨੂੰ ਉੱਪਰ ਲਾਉਣ ਨੂੰ ਸ਼ਮਿਆਨਾ ਚਾਹੀਦਾ, ਮੀਂਹ ਆ ਜਾਂਦਾ ਹੈ, ਜਾਂ ਸਾਨੂੰ ਆਹੀ ਭੋਜਨ ਚਾਹੀਦਾ ਹੈ। ਕਹਿੰਦੇ ਜੋ ਤੁਹਾਡੀ ਮੌਜ ਹੈ। ਉਹ ਸਾਧੂ ਗਾਰਾ ਜੇ ਮਨ ਵਿੱਚ ਅਜੇ ਵੀ ਚਾਹਤ ਖੜੀ ਹੈ, ਅਜੇ ਵੀ ਦੁਨੀਆ ਦੇ ਸੁੱਖਾਂ ਦੀ ਆਸ ਖੜੀ ਹੈ, ਸਾਧੂ ਤੇ ਦੁਨੀਆ ਦੇ ਸੁੱਖ ਛੱਡ ਕੇ ਸੰਨਿਆਸ ਲੈ ਕੇ ਰੱਬ ਕੋਲ ਆਇਆ, ਰੱਬਾ ਤੂੰ ਮੇਰਾ ਮੈਂ ਤੇਰਾ, ਮੈਂ ਜੱਗ ਤੋਂ ਕੀ ਲੈਣਾ, ਤੇ ਬੈਠੇ ਆ ਥਾਂ ਤੇ। ਬੱਚਿਓ ਜੋ ਤੁਹਾਡਾ ਚਿੱਤ ਕਰਦਾ ਹੈ, ਜਿੰਨਾ ਕਰਦਾ ਹੈ, ਆ ਤੁਹਾਡੇ ਸਾਹਮਣੇ ਸਾਧੂ ਬੈਠੇ ਆ, ਲਿਆ ਕੇ ਛਕਾ ਦੇਵੋ। ਸੁਣੇ ਸਰਵਨ ਸੰਤਨ ਕੀ ਬੈਨਾ, ਨਗਰ ਦਿਸ਼ਾ ਗਮਨੇ ਗੁਣ ਐਨਾ। ਗੁਰੂ ਸਾਹਿਬ ਇੱਥੋਂ ਚੱਲੇ ਆ ਦੀ ਨੇੜੇ ਕੋਈ ਪਿੰਡ ਲੱਭਦੇ ਆ। ਹੁਣ ਇਹ ਘਟਨਾ ਕਿੱਥੋਂ ਦੀ ਹੈ? ਲਹਿੰਦਾ ਪੰਜਾਬ, ਲਾਹੌਰ ਤੋਂ 37 ਮੀਲ ਦੂਰ ਤੇ ਇਹ ਪਾਵਨ ਸਥਾਨ ਹੈ ਜਿੱਥੇ ਗੁਰਦੁਆਰਾ ਚੂੜਖਾਨਾ ਸਾਹਿਬ ਬਣਿਆ ਹੈ। ਲਹਿੰਦੇ ਪੰਜਾਬ ਦੇ ਵਿੱਚ ਲਾਇਲਪੁਰ ਨੂੰ ਜਾਂਦਾ ਜਿਹੜਾ ਰਸਤਾ ਨਾ, ਉਹ ਤੇ ਇੱਕ ਨਗਰ ਆਉਂਦਾ ਫਰੂਕਾਬਾਦ। ਇਹ ਉਸ ਨਗਰ ਪਿੰਡ ਦੇ ਵਿੱਚ ਗੁਰੂ ਸਾਹਿਬ ਬੈਠੇ ਆ ਜਿੱਥੇ ਸਾਧੂ ਬੈਠੇ, ਜੰਗਲ ਸੀ ਉਹ। ਅੱਜ ਬਹੁਤ ਸੋਹਣਾ ਸਥਾਨ ਬਣਿਆ ਹੋਇਆ। ਮਹਾਰਾਜ ਸੱਚੇ ਪਾਤਸ਼ਾਹ ਭਾਈ ਬਾਲੇ ਨੂੰ ਪੁੱਛਦੇ, ਕਹਿੰਦੇ ਕਿੱਥੋਂ ਚੱਲੀਏ? ਕਹਿੰਦੇ ਮਹਾਰਾਜ ਲਾਹੌਰ ਵੀ ਨੇੜੇ ਹੈ, 1-2 ਮੰਡੀਆਂ ਹੋਰ ਨੇੜੇ ਨੇ, ਜ਼ਿਲ੍ਹਾ ਸ਼ੇਖੂਪੁਰਾ ਹੈ। ਗੁਰੂ ਸਾਹਿਬ ਕਹਿੰਦੇ ਚਲੋ ਇਦਾਂ ਕਰਦੇ ਆ, ਮੰਡੀ ਪੁੱਛ ਲੈਂਦੇ ਆ ਜਿੱਥੋਂ ਸਾਰੀਆਂ ਰਸਤਾਂ ਮਿਲਦੀਆਂ। ਸਾਧੂਆਂ ਨੂੰ ਤੇ ਨਹੀਂ ਪਤਾ ਇਹਨਾਂ ਚੀਜ਼ਾਂ, ਉੱਤੇ ਛੱਡ ਕੇ ਬੈਠੇ ਆ। ਭਾਈ ਬਾਲਾ ਜੀ ਕਹਿੰਦੇ ਗੁਰੂ ਸਾਹਿਬ ਉੱਠੇ, ਮਾਇਆ ਚੁੱਕੀ ਮੈਨੂੰ ਫੜਾਤੀ, ਕਹਿੰਦੇ ਬਾਲਿਆ ਮਾਇਆ ਫੜ ਲੈ, ਸੇਵਾ ਚ ਲੱਗੀਏ, ਚੱਲੀਏ, ਕੁਛ ਐਸਾ ਲੈ ਕੇ ਆਈਏ ਮਹਾਂਪੁਰਖਾਂ ਦੀ ਖੁਸ਼ੀ ਵਰਗੇ। ਲੈ ਵਿਪਣੀ ਤੇ ਚੂਣ ਮਹੀਨਾ, ਤੇਤ ਪੰਚ ਰਜਤ ਪਨ ਦੀਨਾ। ਚਲਦੇ ਚਲਦੇ ਇੱਕ ਮੰਡੀ ਵਿੱਚ ਆ ਗਏ।
ਉੱਥੇ 5 ਰੁਪਏ ਦਾ ਖਰੀਦਿਆ ਆਟਾ, ਹਜ਼ਾਰਾਂ ਦੇ ਹਿਸਾਬ 'ਚ ਮਾਇਆ 20 ਰੁਪਏ ਉਦੋਂ ਦੇ, ਜਦ ਇੱਕ ਕੌਡੀ ਬਹੁਤ ਮਹਿੰਗੀ ਸੀ, ਆਨੇ ਵੀ ਚੱਲਦੇ ਸੀ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ 5 ਰੁਪਏ ਦਾ ਆਟਾ ਖਰੀਦ ਲਿਆ, ਆਟੇ ਨਾਲ ਭਰ ਗਿਆ ਗੱਡਾ, 1 ਤੋਂ 2 ਗੱਡੇ ਭਰ ਕੇ। ਸਾਧੂ ਕਿਹੜਾ ਥੋੜੇ ਬੈਠੇ ਆ, 200 250 ਸਾਧੂ ਬੈਠੇ, ਆਟਾ ਕੀ ਚੀਜ਼ ਉਹਨਾਂ ਵਾਸਤੇ। ਕਹਿੰਦੇ 5 ਰੁਪਏ ਦਾ ਆਟਾ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਲਿਆ, ਮੰਡੀ ਦੇ ਵਿੱਚ ਖਰੀਦਿਆ। ਕਿੰਨਾ ਆ ਗਿਆ ਹੋਊਗਾ ਜੀ, ਉਦੋਂ ਕਿਹੜਾ ਅੱਜ ਵਾਲਾ ਰੇਟ ਸੀ, ਕੌਣ ਪੁੱਛਦਾ ਸੀ ਇਹਨਾਂ ਚੀਜ਼ਾਂ ਨੂੰ, ਬਹੁਤ ਸਸਤੀਆਂ ਸੀ, ਲੈਣ ਦੇਣ ਦੇ ਵਿੱਚ ਹੀ ਚੀਜ਼ਾਂ ਆ ਜਾਂਦੀਆਂ ਸੀ। ਕਹਿੰਦੇ 5 ਰੁਪਏ ਦਾ ਆਟਾ ਗੁਰੂ ਸਾਹਿਬ ਨੇ ਖਰੀਦਿਆ, ਇੱਥੇ ਸਾਰਾ ਕੁਝ ਦੱਸਿਆ ਜਾ ਰਿਹਾ ਹੈ। ਕਹਿੰਦੇ ਕੱਟੇ ਭਰ ਗਏ, ਮਰਦ ਨੂੰ ਬੜੀ ਖੁਸ਼ੀ ਹੋਈ। 2 ਪ੍ਰਕਾਰ ਦੇ ਪੁਰਸ਼ ਹਨ ਦੁਨੀਆਂ ਤੇ, ਇੱਕ ਕਿਸੇ ਕੋਲੋਂ ਕਿਸੇ ਦੀ ਜੇਬ ਤੇ ਭਾਰ ਬਣ ਕੇ ਖੁਸ਼ ਨੇ ਵੀ ਉਹ ਖਵਾ ਦੇਵੇ ਮੈਨੂੰ, ਭਾਵੇਂ ਕੁਛ ਵੀ ਹੋਵੇ ਕੋਲੇ। ਇੱਕ ਕੋਲੋਂ ਖਵਾ ਕੇ ਖੁਸ਼ੀ ਮਿਲਦੀ ਹੈ, ਚੱਲ ਅੱਜ ਫਲਾਣੇ ਨੂੰ ਰੋਟੀ ਖਵਾ ਦਈਏ, ਚੱਲ ਫਲਾਣੇ ਨੂੰ ਅੱਜ ਫਲ ਦੇ ਆਈਏ, ਉਹਨੂੰ ਕੱਪੜੇ ਦੇ ਦਈਏ, ਜੁੱਤੀ ਦੇ ਦਈਏ, ਹੈ ਨਾ, ਆਪਣੀ ਆਪਣੀ ਜ਼ਿੰਦਗੀ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਦੋਂ ਆਟਾ ਖਰੀਦਿਆ ਨਾ, ਕਹਿੰਦੇ ਬਾਲਿਆ ਤੂੰ ਖੁਸ਼ ਹੈ? ਭਾਈ ਬਾਲਾ ਜੀ ਕਹਿੰਦੇ ਸੱਚ ਪੁੱਛੋ ਮੇਰੇ ਤੇ ਸਾਹ ਸੁੱਕੇ ਪਏ ਸੀ, ਆਖੋ ਸਤਿਨਾਮ। ਮੈਨੂੰ ਮਹਾਰਾਜ ਕਹਿੰਦੇ ਖੁਸ਼ ਆ? ਮੈਂ ਕਿਹਾ ਮਹਾਰਾਜ ਬਹੁਤ ਖੁਸ਼ ਆ। ਕਹਿੰਦੇ ਲਦਾਈ ਵੀ ਗਿਆ ਨਾਲ ਲੱਗ ਕੇ, ਜਿਹੜੀ ਲੇਬਰ ਹੁੰਦੀ ਮੰਡੀਆਂ, ਉਹਨਾਂ ਨੂੰ ਵੀ ਪੈਸੇ ਦੇਣੇ ਆ। 5 ਰੁਪਏ ਦਾ ਆਟਾ ਗੱਡਿਆਂ ਤੇ ਲੱਦਿਆ ਗਿਆ ਏ, ਸੂਖਮ ਚਾਵਰ ਚਾਰ ਮੇਰੇ, ਤਹ ਸਮ ਲੈ ਕਰ ਭਾਰ ਬੰਦੇਰੇ। ਕਹਿੰਦੇ ਜੀ ਫਿਰ ਸੂਖਮ ਚਾਵਲ, ਬਰੀਕ ਤੇ ਲੰਬੇ ਚੌਲ ਜਿਹਨੂੰ ਬਾਸਮਤੀ ਆਖ ਦਿੰਦੇ ਆ, ਕਹਿੰਦੇ ਉਹ ਲੰਬੇ ਲੰਬੇ ਚੌਲ ਚੁੱਕੇ ਮਰਦ ਕਹਿੰਦੇ ਆ ਵੀ ਲੈ ਲਓ। ਹੁਣ ਜੇ ਲੰਗਰ ਕਰਨਾ ਫਿਰ ਚੰਗੀ ਤਰ੍ਹਾਂ ਕਰਾਂਗੇ, ਗਲਗੁਲਾਵਾ ਥੋੜਾ ਲਾਉਣਾ ਵੀ ਦਾਲ ਰੋਟੀ ਖਵਾਈ ਚਲੋ ਬਾਬਾ ਜੀ ਘਰੇ। ਜੇ ਕਰਨਾ, ਇਹ ਕਰਦੀ ਤੇ ਦੁਨੀਆ ਅੱਜ ਵੀ ਏਦਾਂ। ਮੈਂ ਕਹਿੰਦਾ ਘਰੇ ਕੋਈ ਬੀਬੀ ਘਰ ਵਾਲੇ ਨੂੰ ਪਾਣੀ ਪੁੱਛੇ ਨਾ ਪੁੱਛੇ, ਗੁੱਸਾ ਨਾ ਕਰਿਓ, ਕਰਨਾ ਕਰ ਪੀਓ। ਤੇ ਜੇ ਕੋਈ ਬਾਬਾ ਦੇ ਨਾ, ਉਹਨੂੰ ਦਹੀਂ ਦੇ ਵਿੱਚ ਵੀ ਘਿਓ ਪਾਉਣੋਂ ਨਹੀਂ ਹਟਦੀਆਂ, ਆਖੋ ਸਤਿਨਾਮ। ਖੀਰ 'ਚ ਵੀ ਘਿਓ, ਬਾਬਾ ਜੀ ਦਾ ਸੰਗ ਨਾ ਸੁੱਕ ਜੇ। ਤੇ ਫਿਰ ਇਹੋ ਜਿਹੇ ਬਾਬੇ ਫੋਟਿਸ ਪਏ ਹੁੰਦੇ ਆ। ਡਾਕਟਰ ਕਹਿੰਦਾ ਹੁਣ ਤੇ ਤੇਰੀਆਂ ਪਾਈਪਾਂ ਜਿਹੀਆਂ ਬਦਲਣੀਆਂ ਪੈਣੀਆਂ, ਘੱਟ ਖਾਇਆ ਕਰ। ਪਿਆਰਿਓ ਸਾਡੀ ਤੇ ਸ਼ਰਧਾ ਅੰਨੀ ਹੈ, ਬੋਲੀ ਵੀ ਹੈ ਨਾਲੇ, ਵੀ ਚੰਗਾ ਖਵਾ ਖਬੂ ਦਿਓ, ਪੰਡਤਾਂ ਵਾਂਗੂ ਚੋਖਾ ਦਰਗਾਹ 'ਚ ਕੰਮ ਆ ਜਾਊਗਾ। ਲੋੜਵੰਦਾਂ ਨੂੰ ਛਕਾਓ, ਰੱਜੇ ਨੂੰ ਰਜਾਉਣ ਦਾ ਕਾਹਦਾ ਪੈਂਦਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਿਨ੍ਹਾਂ ਦੇ ਨੇੜੇ ਬੜੀ ਦੁਨੀਆ ਫਿਰਦੀ ਹੈ, ਕਿਹਦੇ ਵਾਸਤੇ ਇਕੱਠਾ ਕਰ ਰਹੇ ਆ? ਉਹਨਾਂ ਲਈ ਜੋ ਭੁੱਖੇ ਬੈਠੇ ਆ। ਗੁਰਮਤਿ ਦਾ ਅਸੂਲ ਹੈ, ਅੱਜ ਜਿੰਨੇ ਬਚਨ ਸੁਣ ਰਹੇ ਹੋ, ਇੱਕ ਵੀ ਬਚਨ ਗੁਰਬਾਣੀ ਤੇ ਇਤਿਹਾਸ ਤੋਂ ਬਾਹਰ ਨਹੀਂ ਹੈ, ਕੇਵਲ ਇਤਿਹਾਸ ਦੀ ਰੌਸ਼ਨੀ ਵਿੱਚ ਰਹੀ ਹੈ। ਗੁਰੂ ਸਾਹਿਬ ਨੇ ਜਦੋਂ ਆਖਿਆ, ਕਹਿੰਦੇ ਬਾਲਿਆ ਫਿਰ ਵੇਖ ਲਾ ਗੁੜ ਗੜ ਕੇ। ਭਾਈ ਬਾਲਾ ਜੀ ਕਹਿੰਦੇ ਮੈਂ ਗੁੜ ਦੇ ਨੇੜੇ ਗਿਆ, ਮੈਨੂੰ ਗੁੜ ਦੀ ਖੁਸ਼ਬੂ ਵੀ ਨਹੀਂ ਆਉਂਦੀ। ਕਿਉਂ ਨਹੀਂ ਆਉਂਦੀ? ਬਾਪੂ ਜੀ ਦਾ ਡਰ, ਆਖੋ ਸਤਿਨਾਮ। ਖੰਡਾ ਵੀ ਤੇ ਦਿਸਦਾ ਹੈ, ਇਹ ਸੱਚੀ ਗੱਲ ਆ ਜੀ। ਮਾੜੀ ਜਿਹੀ ਟੈਨਸ਼ਨ ਪਈ ਹੋਵੇ ਸਾਨੂੰ, ਕੋਈ ਆਖਿਓ ਮੈਂ ਪਰਫਿਊਮ ਲਾਇਆ, ਪਤਾ ਕਹਿੰਦਾ ਯਾਰ ਮੈਨੂੰ ਨਹੀਂ ਪਤਾ ਲੱਗਦਾ, ਜਾ। ਚਿੰਤਾ ਦੇ ਵਿੱਚ ਬੰਦਾ ਹੋਵੇ ਤੇ ਸਾਹਮਣੇ ਖੜਿਆ ਨਹੀਂ ਕੋਈ ਦਿਸਦਾ। ਭਾਈ ਬਾਲਾ ਜੀ ਕਹਿੰਦੇ ਗੁਰੂ ਸਾਹਿਬ ਇਹ ਹਕੀਕਤ ਹੈ। ਮਰਦ ਸੱਚੇ ਪਾਤਸ਼ਾਹ ਇੰਨੇ ਖੁਸ਼ ਚਾਈ ਚੜਿਆ ਪਿਆ, ਕਹਿੰਦੇ ਮੇਰੇ ਸਾਹ ਸੁੱਕੇ ਪਏ ਆ। ਮੈਂ ਜਿਵੇਂ ਜਿਵੇਂ ਮਰਦ ਕਹੀ ਜਾਂਦੇ ਕਰੀ ਜਾਂਦਾ, ਕਿਉਂਕਿ ਮੈਂ ਜ਼ਿੰਮੇਵਾਰੀ ਨਹੀਂ ਲੈ ਰਿਹਾ ਕਿਸੇ ਗੱਲ ਦੀ। ਮਰਦ ਵੀ ਆ ਵੀ ਲੈ ਜਾਓ, ਕੱਲ ਨੂੰ ਕਹਿ ਦੇਣਗੇ ਤੂੰ ਕਹਿੰਦਾ ਸੀ ਗੁੜ ਲੈ ਜਾਓ, ਤੂੰ ਕਿਹਦੇ ਨਾਲ ਸੀ? ਕਹਿੰਦੇ ਮੈਂ ਮਰਦ ਨੂੰ ਪਹਿਲੇ ਕਿਹਾ ਸੀ ਸੱਚੇ ਪਾਤਸ਼ਾਹ ਤੁਹਾਡੀ ਮਰਜ਼ੀ ਨਾਲ ਹੋ ਰਿਹਾ, ਤੁਹਾਡੀ ਰਜ਼ਾ 'ਚ ਹੋ ਰਿਹਾ। ਬਾਲਾ ਤੁਹਾਡੇ ਨਾਲ ਇਸ ਕੰਮ ਵਿੱਚ ਸਹਿਮਤ ਨਹੀਂ ਹੈ, ਬਿਲਕੁਲ ਸਹਿਮਤ ਨਹੀਂ ਆ। ਮੈਂ ਪਹਿਲਾਂ ਕਹਿ ਕੇ ਹਟਿਆ ਵੀ ਤੁਸੀਂ ਜਾਣੋ, ਤੁਹਾਡਾ ਬਾਪੂ ਜਾਣੇ, ਮੈਨੂੰ ਵਿੱਚ ਘੜੀਸਿਓ ਨਾ। ਲੀਨ ਤੀਨ ਕੋ ਕ੍ਰਿਤ ਨਵੀਨਾ, ਸਿਤਾ ਸਵੇਤ ਤਾਂ ਕੀ ਸਮਲੀਨਾ। ਕਹਿੰਦੇ 3 ਰੁਪਏ ਦਾ ਘਿਓ ਖਰੀਦਿਆ ਦੇ ਸੀ, 3 ਰੁਪਏ ਦਾ ਬਾਬਾ ਆ ਗਿਆ। ਤੇ ਫਿਰ ਭਾਈ ਬਾਲਾ ਜੀ ਜਦੋਂ ਗੁੜ ਦੇ ਕੋਲ ਖੜੇ ਆ ਨਾ, ਗੁਰੂ ਸਾਹਿਬ ਕਹਿੰਦੇ ਬਾਲਿਆ ਗੁੜ ਵੀ ਲੈ ਲੈਨੇ ਆ, ਖੰਡ ਵੀ ਲੈ ਲੈਨੇ ਆ। ਹੁਣ ਤੁਸੀਂ ਸੋਚੋਗੇ ਵੀ ਉਦੋਂ ਖੰਡ ਕਿਹੜੀ ਤੇ ਅੰਗਰੇਜ਼ ਲੈ ਕੇ ਆਏ, ਚਿੱਟੀ ਖੰਡ। ਹੁਣ ਸਲਫਰਿਕ ਸ਼ੂਗਰ ਹੈ ਨਾ, ਉਹਨਾਂ ਸਮਿਆਂ ਦੇ ਵਿੱਚ ਸਫੇਦ ਖੰਡ ਸੀ। ਜਿਵੇਂ ਅੱਜ ਕੱਲ੍ਹ ਵੀ ਘਲਾੜੀਆਂ ਤੇ ਜਾਓ, ਬੂਰਾ ਖੰਡ ਹੁੰਦੀ ਹੈ ਜਿਹੜੀ, ਉਹਦੀ ਪਹਿਲੇ ਦਿਨ ਤੋਂ ਬਣਦੀ ਆਈ ਹੈ। ਉਦੋਂ ਸਾਡੇ ਲੋਕ ਬਣਾਉਂਦੇ ਸੀ, ਕੋਈ ਰਿਸ਼ਤੇਦਾਰ ਆਉਂਦਾ ਸੀ ਬੂਰੇ ਨਾਲ ਰੋਟੀ ਦਿੰਦੇ ਸੀ, ਉਹਨੂੰ ਬੂਰਾ ਖੰਡ ਪਾ ਕੇ। ਚਲੋ ਜ਼ਮਾਨਾ ਬਦਲਿਆ, ਹੁਣ ਤੇ ਲੋਕੀ ਚੀਨੀ ਗ੍ਰਾਈਂਡ ਕਰਕੇ ਬਣਾਈ ਜਾਂਦੇ, ਆਪਣੀ ਆਪਣੀ ਵਰਤੀ ਹੈ, ਕਿਉਂਕਿ ਐਡਵਾਂਸ ਹੋ ਗਏ। ਕਹਿੰਦੇ ਚੀਨੀ ਖਰੀਦੀ ਗਈ ਖੰਡ 3 ਰੁਪਏ ਦੀ, 1 ਰੁਪਏ ਦਾ ਗੁੜ ਖਰੀਦ ਲਿਆ, ਮਿੱਠਾ ਬਹੁਤ ਹੋ ਗਿਆ।
ਚਾਵਲ ਹੋ ਗਏ, ਆਟਾ ਹੋ ਗਿਆ, ਹੁਣ ਦਾਲਾਂ ਵੱਲ ਵੇਖਦੇ ਹਨ। ਦੁਗੱਦ ਹੀਤ ਖਰਚੇ ਪੁਨ ਤੀਨੋ, ਬਾਕੀ ਭਾਰ ਬਹ ਕੋ ਦੀਨੋ। ਥੋੜੇ ਬਹੁਤੇ ਮਸਾਲੇ ਖਰੀਦ ਲਏ 1.5 ਰੁਪਏ ਦੇ, ਕਹਿੰਦੇ ਫਿਰ 3 ਰੁਪਏ ਦਾ ਦੁੱਧ ਖਰੀਦ ਲਿਆ ਜੀ। ਵਾਹਵਾ ਦੁੱਧ ਇਕੱਠਾ ਹੋ ਗਿਆ। ਹੁਣ ਚੌਲ ਦਾ ਖੀਰ ਤੇ ਬਣਾਉਣੀ ਪਾਣੀ ਥੋੜਾ ਬਣੂ, ਫਿਰ ਦੁੱਧ ਸਾਧੂਆਂ ਦੇ ਛਕਣਾ ਵੀ ਤੇ ਹੈ ਵੀ ਜੇ ਛਕਾਉਣਾ ਚੱਜ ਨਾਲ ਛਕਾਉਣਾ ਹੈ, ਗਲੋ ਗਲਾਮੇ ਵਾਲਾ ਕੰਮ ਨਹੀਂ। ਗੱਡੇ ਲਗਾ ਲਏ, ਪਿੱਛੇ ਕਹਿੰਦੇ 2 ਰੁਪਏ ਬੱਚੇ 2-2.5 ਰੁਪਏ। ਭਾਈ ਬਾਲਾ ਜੀ ਪੁੱਛਦੇ, ਕਹਿੰਦੇ ਮਹਾਰਾਜ ਫਿਰ ਹੁਣ ਆ ਕਾਹਤੋਂ ਰੱਖੇ ਆ? ਵੀ ਜੇ ਹੁਣ ਆਪਾਂ ਫਾਹੇ ਚੜ੍ਹਨਾ ਹੀ ਆ, ਚੱਜ ਨਾਲ ਚੜਾਂਗੇ, ਇਹ ਕਿਉਂ ਰੱਖੇ ਆ? ਹੱਸ ਕੇ ਪਤਾ ਮਰਦ ਕੀ ਕਹਿੰਦੇ, ਕਹਿੰਦੇ ਬਾਲਿਆ ਮੈਨੂੰ ਪਤਾ ਤੂੰ ਡਰ ਬਹੁਤ ਰਿਹਾ, ਤੈਨੂੰ ਚਿੰਤਾ ਬੜੀ ਪਈ ਹੋਈ ਹੈ। ਭਾਈ ਆਹ ਜਿਹੜੇ ਲੋਕ ਗੱਡਾ ਛੱਡ ਕੇ ਆਉਣਗੇ, ਆਹ ਜਿਹੜੇ ਥੱਲੇ ਢੋਣਗੇ, ਇਹਨਾਂ ਲਈ ਬਿੰਨਤ ਹੈ। ਆਹ ਜਿਹੜੇ ਗਰੀਬ ਜਾਣਗੇ ਇਹਨਾਂ ਨਾਲ ਲੇਬਰ ਵਾਲੇ, ਇਹਨਾਂ ਦਾ ਹੱਕ ਨਹੀਂ ਆਪਾਂ ਰੱਖਣਾ। ਬੇਸ਼ੱਕ ਦੁਕਾਨਦਾਰ ਭੇਜਣਗੇ, ਬਾਕੀ ਮਾਇਆ ਇਹਨਾਂ ਨੂੰ ਸਪੁਰਦ ਕਰ ਦਿਆਂਗੇ। ਅਬੈ ਸੋਜ ਪੁਰਤੇ ਉਚਰਾਈ, ਸੰਤਨ ਢਿਗ ਗਮਨੀ ਜਗਰਾਈ। ਜਗਤ ਦੇ ਬਾਲਕ ਗੁਰੂ ਨਾਨਕ ਸਾਹਿਬ ਮਹਾਰਾਜ ਗੱਡੇ ਭਰ ਕੇ ਰਸਤਾਂ ਤੇ ਖੁਸ਼ੀ ਖੁਸ਼ੀ ਆ ਰਹੇ ਆ ਜੀ। ਭਾਈ ਬਾਲਾ ਜੀ ਵੀ ਨਾਲ ਨੇ। ਪਹੁੰਚ ਕੇ ਜਿੱਥੇ ਮਹਾਂਪੁਰਖ ਬੈਠੇ ਸੀ ਜੰਗਲਾਂ ਦੇ ਵਿੱਚ, ਡੇਰਾ ਲਾਇਆ, ਤਪ ਕਰਦੇ ਆ। ਸਾਧੂਆਂ ਵੇਖੇ, ਕਹਿੰਦੇ ਓਏ ਗੱਡੇ ਭਰੀ ਆਉਂਦੇ ਜਵਾਕ, ਇਹ ਤਾਂ ਸੱਚੀ ਮੁੱਚੀ ਪ੍ਰੇਮੀ ਨੇ। ਪਹਿਲਾਂ ਤੇ ਲੱਗਦਾ ਸੀ ਬਾਕੀਆਂ ਨੂੰ ਵੀ ਐਵੇਂ ਹੀ ਆ, ਪੈਸੇ ਪੂਸੇ ਲੈ ਆਏ, ਕਹਿੰਦੇ ਚੱਲ ਬਾਬਿਆਂ ਨੂੰ ਮੱਥਾ ਟੇਕ ਜਾਂਦੇ, ਪਰ ਹੁਣ ਤੇ ਬੜਾ ਕੁਝ ਲੈ ਕੇ ਆਏ। ਗੁਰੂ ਸਾਹਿਬ ਗੱਡੇ ਤੋਂ ਉਤਰੇ, ਕੋਈ ਬਾੜ ਨਹੀਂ, ਕੋਈ ਹੰਕਾਰ ਨਹੀਂ ਵੀ ਮੈਂ ਇੰਨਾ ਕੁਛ ਲੈ ਕੇ ਆਇਆ। ਸੁਭਾਵਿਕ ਜੀ ਗੱਲ ਹੈ। ਮੇਰੇ ਵਰਗਾ 5 ਕਿਲੋ ਗੁਰਦੁਆਰੇ ਦੁੱਧ ਲੈ ਕੇ ਆ ਜਾਓ, 20 ਨੂੰ ਦੱਸਦਾ ਫਿਰਦਾ ਭਾਈ ਸਾਹਿਬ ਦੁੱਧ ਪਿਆ ਸੀ ਉੱਥੇ, ਚੁੱਕ ਲਿਆ ਸੀ। ਫਿਰ ਇੱਕ ਮੇਰੇ ਵਰਗਾ, ਬਾਬਾ ਜੀ ਅਰਦਾਸ ਕਰ ਦਿਓ ਮਾੜੀ ਜੀ, ਕੀ ਹੈ ਜੀ? 5 ਲੀਟਰ ਦੁੱਧ ਹੈ ਵੀ ਇੰਨਾ ਤੇ ਬਾਬਾ ਜੀ ਦੀ ਮੱਝ ਕੱਲੀ ਹੋ ਜਾਂਦੀ ਆ। ਸਾਡੇ ਨਾਮ ਜਿੰਨੇ ਵਜੇ ਤੂੰ ਅਰਦਾਸਾਂ ਕਰਦਾ, ਕਿੱਥੇ ਖੜੀ ਹੋਈ? ਸੇਵਾ ਕਰੋ, ਗੁਪਤ ਕਰੋ, ਜਿੰਨੀ ਮਰਜ਼ੀ ਕਰੋ, ਕਿਤੇ ਨਹੀਂ ਐਵੇਂ ਦਿਖਾਵੇ ਕਰੀ ਜਾਣੇ ਵੀ ਜਿਸ ਰੱਬ ਨੂੰ ਤੁਸੀਂ ਆਏ ਹੋ ਲੈ ਕੇ, ਉਹਨੂੰ ਨਹੀਂ ਪਤਾ ਵੀ ਤੂੰ ਕਿਹੜੇ ਪੈਕਟ ਚ ਕੀ ਹੋਣਾ, ਤੇਰੇ ਕੋਲ ਕੀ ਹੈ। ਨਮਸਕਾਰ ਗੁਰੂ ਸਾਹਿਬ ਨੂੰ ਕਰ ਦਿਓ, ਸਭ ਕੁਝ ਪ੍ਰਵਾਨ ਹੈ, ਸਭ ਕੁਝ ਹੀ ਪ੍ਰਵਾਨ ਹੁੰਦਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਆਖਣ ਲੱਗੇ, ਕਹਿੰਦੇ ਬਾਲਿਆ ਆਪਾਂ ਗੱਡੇ ਖੜਾ ਕੇ ਚੱਲਦੇ ਹਾਂ, ਸਾਧੂਆਂ ਨੂੰ ਦੱਸ ਜਾਂਦੇ ਹਾਂ ਵੀ ਰਸਤਾ ਕੀ ਬਣਾ ਲਓ। ਭਾਈ ਬਾਲਾ ਜੀ ਕਹਿੰਦੇ ਮੈਂ ਸਲਾਹ ਦਿੱਤੀ ਸੱਚੇ ਪਾਤਸ਼ਾਹ, ਐਡਾ ਵੱਡਾ ਖਤਰਾ ਵੀ ਮੁੱਲ ਲਿਆ ਵੀ ਜੇ ਗੱਡੇ ਖੜਾ ਗਏ, ਜਿਹੜੇ ਰਾਸ਼ਨ ਲੈਣ ਨਹੀਂ ਗਏ, ਗੱਡਿਆਂ ਤੋਂ ਲਾਣ ਆ ਜਾਣਗੇ ਉਹ। ਇਹਨਾਂ ਨੂੰ ਦੱਸ ਆਈਏ ਆਪਾਂ, ਦੱਸਣਾ ਵੀ ਨਹੀਂ ਕੱਲਾ, ਜੇ ਬਣਾ ਕੇ ਛਕਾ ਦਈਏ ਤੇ ਚੰਗਾ, ਮੁੜ ਕੇ ਨਾ ਹੋਵੇ ਗੱਡੇ ਖੜੇ ਰਾਸ਼ਨ ਦੇ ਇੱਥੇ ਖਰਾਬ ਹੋ ਜਾਣ। ਫੱਕਰ ਨੇ, ਬੇਪਰਵਾਹ ਨੇ। ਮਰਦ ਨੇ ਭਾਈ ਬਾਲੇ ਦਾ ਜ਼ਿਕਰ ਮੰਨ ਲਿਆ, ਕਹਿੰਦੇ ਠੀਕ ਹੈ ਫਿਰ ਆ ਚੱਲਦੇ। ਸੋ ਸਮਾਂ ਸਮਾਪਤ ਹੋ ਗਿਆ ਜੀ। ਲੰਗਰ ਦੀ ਤਿਆਰੀ ਹੋਣੀ ਹੈ, ਕਿਵੇਂ ਕਿਵੇਂ ਹੋਣੀ ਹੈ, ਇਹ ਹੁਣ ਵਪਾਰ ਕਰਕੇ ਗੁਰੂ ਸਾਹਿਬ ਜਾਣਗੇ ਅੱਗੇ ਕੀ ਹੋਊਗਾ। ਕੱਲ ਦੇ ਦੀਵਾਨਾਂ 'ਚ ਸਤਿਗੁਰਾਂ ਦੀ ਕਿਰਪਾ ਨਾਲ ਸਰਵਣ ਕਰਾਂਗੇ। ਵਾਹਿਗੁਰੂ ਵਾਹਿਗੁਰੂ।